ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਹ ਜਪ ਬਾਣੀ ਜਿਹੜੀ ਕਰ ਰਹੇ ਹਾਂ, 7ਵੇਂ ਅੰਕ ਤੋਂ ਗਿਆਨ ਲੈਣਾ ਹੈ। 7ਵੇਂ ਅੰਕ ਤੋਂ ਗਿਆਨ ਲੈਣਾ ਔਰ ਗਿਆਨ ਖੰਡ ਦੀ ਗੱਲ ਹੋ ਰਹੀ ਸੀਗੀ। ਤੇ ਮਹਾਰਾਜ ਨੇ ਜਿਹੜਾ ਹੈਗਾ ਗਿਆਨ ਖੰਡ ਦੇ ਬਾਰੇ ਆਪਾਂ ਨੂੰ ਦੱਸਿਆ ਸੀਗਾ। ਤੇ ਉਸ ਤੋਂ ਬਾਅਦ ਗਿਆਨ ਲੈ ਕੇ ਆਪਾਂ ਨੇ ਜਿਹੜਾ ਹੈਗਾ ਗਿਆਨ ਆਪਾਂ ਨੇ ਲੈਣਾ, ਬਸ ਸਿਰਫ ਆਪਾਂ ਨੂੰ ਪਤਾ ਲੱਗਣਾ ਚਾਹੀਦਾ ਵੀ ਅਸੀਂ ਕਰਨਾ ਕੀ ਹੈਗਾ। ਮੈਂ ਮਾਲਕ ਪਰਮਾਤਮਾ ਨੂੰ, ਉਸ ਮਾਲਕ ਪਰਮਾਤਮਾ ਨੂੰ ਜਿਹਦੀ ਸਾਰੀ ਰਚਨਾ ਹੈਗੀ ਆ, ਜਿਹਨੇ ਸਾਰੀ ਖੇਡ ਪਾਈ ਹੋਈ ਆ, ਮੈਂ ਉਸ ਆਪਣੇ ਪਿਆਰੇ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ। ਉਹਦੀ ਖੇਡ ਜਿਹੜੀ ਹੈਗੀ ਕਿਸ ਤਰੀਕੇ ਦੇ ਨਾਲ ਮੈਂ ਜਿਹੜਾ ਹੈਗਾ ਮੈਂ ਇਹ ਮਨੁੱਖਾ ਜੂਨ ਜਿਹੜੀ ਮੈਨੂੰ ਮਿਲੀ ਹੋਈ ਆ, ਇਹਨੂੰ ਮੈਂ ਜਿਹੜਾ ਹੈਗਾ ਇਹਨੂੰ ਯੂਟੀਲਾਈਜ਼ ਕਰ ਸਕਦਾ ਹਾਂ, ਇਹਨੂੰ ਸਫਲ ਕਰ ਸਕਦਾ ਹਾਂ। ਆਹੀ ਗਿਆਨ ਲੈਣਾ ਹੈ। ਔਰ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਨੇ ਉਹ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਤੁਰ ਪੈਣਾ ਹੈ। ਉਸ ਗਿਆਨ ਦੀ ਕਮਾਈ ਕਰਨੀ ਹੈ। ਜੋ ਗਿਆਨ ਕਹਿ ਰਿਹਾ ਉਹ ਕਾਰਵਾਈ ਕਰਨੀ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਗਿਆਨ ਖੰਡ। ਹੁਣ ਇਹ ਜਿਹੜਾ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਮਹਾਰਾਜ ਨੇ ਜਿਹੜਾ ਇਹ ਅੰਕ ਜਿਹੜਾ ਹੈਗਾ ਜਪ ਬਾਣੀ ਦਾ, ਇਹ ਅੰਕ ਜਿਹੜਾ ਹੈਗਾ ਗਿਆਨ ਖੰਡ ਤੇ ਗਿਆਨ ਖੰਡ ਜਿਹੜਾ ਹੈਗਾ ਗਿਆਨ ਖੰਡ ਦਾ ਅੰਕ ਜਿਹੜਾ ਗਿਆਨ ਦਾ ਅੰਕ ਹੈਗਾ, ਪਹਿਲਾਂ ਧਰਮ ਦਾ ਅੰਕ ਹੈਗਾ, ਫਿਰ ਗਿਆਨ ਦਾ ਅੰਕ ਹੈਗਾ ਧਰਮ ਖੰਡ ਦਾ, ਫਿਰ ਗਿਆਨ ਖੰਡ ਦਾ। ਪਰ ਇਹ ਗਿਆਨ ਖੰਡ ਦਾ ਜਿਹੜਾ ਅੰਕ ਹੈਗਾ ਇਹਦੇ ਵਿੱਚ ਮਹਾਰਾਜ ਨੇ ਇਹ ਗਿਆਨ ਦੀ ਇਹ ਗੱਲ ਜਿਹੜੀ ਹੈਗੀ ਇਹ ਸਰਮ ਖੰਡ ਦੇ ਵਿੱਚ ਅਗਲੇ ਅੰਕ ਦੇ ਵਿੱਚ ਲਗਾਈ ਹੈ। ਇਹ ਗੱਲ ਜੇ ਕੋਈ ਦਰਸ਼ਨ ਕਰਕੇ ਇਹਨੂੰ ਵਾਚ ਰਹੇ ਵਿਚਾਰ ਰਹੇ ਆਪਾਂ ਤੇ ਦਰਸ਼ਨ ਕਰਕੇ ਦੇਖੋ ਕਿ ਇਸ ਤੋਂ ਪਹਿਲਾਂ ਜਿਹੜਾ ਹੈਗਾ ਗਿਆਨ ਖੰਡ ਦੀ ਗੱਲ ਹੋਈ ਹੈ। ਗਿਆਨ ਖੰਡ ਦੀ ਗੱਲ ਹੋ ਕੇ 35 ਨੰਬਰ ਲਗਾ ਦਿੱਤਾ ਮਹਾਰਾਜ ਨੇ। ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਇਹ ਸਾਰਾ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ। ਇਹ ਜਿਹੜਾ ਹੈਗਾ ਗਿਆਨ ਖੰਡ ਦਾ ਗੱਲ ਤਾਂ ਗਿਆਨ ਖੰਡ ਦੀ ਹੈ। ਤੇ ਫਿਰ ਇਹ ਗਿਆਨ ਖੰਡ ਚ ਇਸ ਤੋਂ ਅਗਲੀ ਗੱਲ ਜਿਹੜੀ ਹੈਗੀ ਆ ਉਹ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ। ਇੱਥੋਂ ਸਰਮ ਖੰਡ ਸ਼ੁਰੂ ਹੋ ਰਿਹਾ। ਫਿਰ ਇਹ ਗਿਆਨ ਖੰਡ ਜਿਹੜਾ ਹੈਗਾ ਗਿਆਨ ਦੀ ਗੱਲ ਇਹਦੇ ਵਿੱਚ ਕਿਉਂ ਪਾਈ ਮਹਾਰਾਜ ਨੇ? ਇਹ ਪਿਛਲੇ ਚ ਕਿਉਂ ਨਹੀਂ ਨੰਬਰ ਇੱਥੇ ਕਿਉਂ ਨਹੀਂ ਪਾਇਆ? ਹਾਂ, ਇਹੀ ਭੇਤ ਹੈਗਾ ਭਾਈ। ਮਹਾਰਾਜ ਕਹਿੰਦੇ ਗਿਆਨ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ ਇਹਨੂੰ ਇਹ ਗਿਆਨ ਹਾਲੇ ਤੈਨੂੰ ਆਇਆ ਨਹੀਂ। ਹਾਲੇ ਗਿਆਨ ਜਿਹੜਾ ਹੈਗਾ ਇਹ ਸਿਰਫ ਜਿਹੜਾ ਹੈਗਾ ਤੇਰੀ ਬੁੱਧੀ ਤੱਕ ਆਇਆ, ਤੇਰਾ ਪ੍ਰੈਕਟੀਕਲ ਨਹੀਂ ਹੋਇਆ ਇਸ ਗਿਆਨ ਦਾ। ਇਹ ਥਿਉਰੀ ਹੋਈ ਆ, ਹਾਲੇ ਥਿਉਰੀ ਹੋਈ ਆ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਹਿੰਦੇ ਪ੍ਰਚੰਡ ਗਿਆਨ ਆ। ਇਹਦੇ ਵਿੱਚ ਤਾਂ ਪ੍ਰਚੰਡ ਆ ਪਿਆਰਿਆ। ਇਹਦੇ ਵਿੱਚ ਤਾਂ ਬ੍ਰਹਮ ਅਗਨ ਹੈਗੀ ਆ। ਇਹਦੇ ਵਿੱਚ ਤਾਂ ਤੇਰੀ ਜਿਹੜੀ ਹੈਗੀ ਆ ਅੰਮ੍ਰਿਤ ਰਸ ਪਿਆ ਹੋਇਆ। ਇਹਦੇ ਵਿੱਚ ਅੰਮ੍ਰਿਤ ਪਿਆ ਹੋਇਆ ਇਸ ਗਿਆਨ ਦੇ ਵਿੱਚ। ਇਹ ਗਿਆਨ ਤੂੰ ਆਪਣਾ ਬਣਾਉਣਾ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ। ਕਹਿੰਦਾ ਕਰੋੜਾਂ ਹੀ ਆਨੰਦ ਆ। ਇੰਨੇ ਨਾਦ, ਇੰਨੇ ਵਿਨੋਦ, ਇੰਨਾ ਖੇੜਾ, ਇੰਨੀ ਮਸਤੀ। ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਕੋਡ ਆਨੰਦ। ਇਹ ਜਿਹੜਾ ਗਿਆਨ ਹੈਗਾ ਮਹਾਰਾਜ ਕਹਿੰਦੇ ਆ ਗਿਆਨ ਕਮਾਈਏ ਪੂਛ ਜਨਾ। ਇਹ ਗਿਆਨ ਜਿਹੜਾ ਤੂੰ ਪ੍ਰੈਕਟੀਕਲ ਕਰਨਾ ਹੈ ਤੇ ਆਪਣਾ ਗਿਆਨ ਕਮਾਉਣਾ ਆ। ਇਹ ਉਧਾਰਾ ਗਿਆਨ ਹੈਗਾ ਪਿਆਰਿਆ। ਇਹ ਗੁਰੂ ਦਾ ਗਿਆਨ ਹੈਗਾ। ਇਹ ਗਾਈਡ ਦਾ ਗਿਆਨ ਹੈਗਾ। ਇਹ ਬ੍ਰਹਮ ਦਾ ਗਿਆਨ ਹੈਗਾ।
ਇਹਨੂੰ ਤੂੰ ਆਪਣਾ ਬਣਾਉਣਾ ਹੈ, ਆਪਣਾ ਗਿਆਨ ਕਰਨਾ ਹੈ ਤੂੰ। ਬਹੁਤ ਬਹੁਤ ਦੇਖੋ ਭੇਤ ਵਾਲੀ ਗੱਲ ਹੈਗੀ, ਕਿਉਂ ਇਸ ਲਾਈਨਾਂ ਨੂੰ ਇੱਧਰ ਪਾਇਆ। ਮੈਂ ਤਾਂ ਇਸੇ ਜਗ੍ਹਾ ਦੇ ਉੱਤੇ ਅਟਕ ਗਿਆ, ਮੈਂ ਕਿਹਾ ਵੀ ਕਿਉਂ ਮਹਾਰਾਜ ਨੇ ਜਿਹੜਾ ਇੱਥੇ ਨੰਬਰ ਕਿਉਂ ਨਹੀਂ ਪਾਇਆ। ਸਰਮਖੰਡ ਕੀ ਬਾਣੀ ਰੂਪ ਇੱਥੇ ਨੰਬਰ ਚਾਹੀਦਾ ਸੀਗਾ। ਜੇ ਗਿਆਨ, ਕਹਿੰਦੇ ਨਹੀਂ ਭਾਈ ਨਹੀਂ, ਗਿਆਨ ਜਿਹੜਾ ਹੈ ਹਾਲੇ ਨਹੀਂ ਆਇਆ ਤੈਨੂੰ, ਹਾਲੇ ਤਾਂ ਤੂੰ ਗਿਆਨ ਜਿਹੜਾ ਹੈਗਾ ਉਧਾਰਾ ਗਿਆਨ ਲਿਆਇਆ, ਹਾਲੇ ਤਾਂ ਲਾਈਟ ਜਗਾਈ, ਹਾਲੇ ਤੁਰਿਆ ਥੋੜੀ ਨਾ ਹੈਗਾ। ਤੂੰ ਕਿਹੜਾ ਦੇਖਿਆ, ਤੈਨੂੰ ਕੀ ਪ੍ਰੈਕਟੀਕਲ ਆ ਗਿਆ, ਤੇਰੇ ਅੰਦਰ ਕਿਹੜੇ ਕਰੋੜਾਂ ਆਨੰਦ ਆ ਗਏ ਤੇਰੇ ਅੰਦਰ। ਇਹ ਜਿਹੜਾ ਹੈਗਾ ਗਿਆਨ ਦੇ ਬਾਰੇ ਇੱਥੇ ਰੁਕਾਂਗੇ ਅਸੀਂ। ਸਰਮਖੰਡ ਲੈਣ ਤੋਂ ਪਹਿਲਾਂ ਇਹ ਗਿਆਨ ਦੀ ਗੱਲ ਕਬੀਰ ਜੀ ਨੇ ਖੋਲੀ ਆ, ਇਹ ਉਹਨਾਂ ਦੀ ਬਾਣੀ ਲਈ ਹੈ ਆਪਾਂ 351 ਅੰਗ 331 ਅੰਗ ਤੇ 331 332 ਤੇ ਲਵਾਂਗੇ। ਗੌੜੀ ਰਾਗ ਦੇ ਵਿੱਚ, ਰਾਗ ਗੌੜੀ ਚੇਤੀ। ਦੇਖੋ ਭਾਈ ਗਿਆਨ ਕੀ ਆਈ ਆਂधी। ਇਹ ਕੱਢ ਲੈਣਾ ਜੀ, ਦੱਦਾ ਭੱਬਾ ਗੱਗਾ ਤੇ ਕੱਕਾ। ਹਾਈ ਗੁਰਬਾਣੀ ਐਪ ਦੇ ਨਾਲ ਜਿਨ੍ਹਾਂ ਨੇ ਕੱਢਣਾ ਹੈ, ਬਹੁਤ ਵਧੀਆ ਐਪ ਹੈਗੀ। ਦੇਖੋ ਭਾਈ ਗਿਆਨ ਕੀ ਆਈ ਆਂधी। ਅਸੀਂ ਵੀ ਜਿਹੜੇ ਹੈਗੇ ਰਿਕਾਰਡਿੰਗ ਕਰ ਰਹੇ ਹਾਂ, ਆਈ ਗੁਰਬਾਣੀ ਦੀ ਐਪ ਤੋਂ ਹੀ ਰਿਕਾਰਡਿੰਗ ਕਰ ਰਹੇ ਹਾਂ, ਸਕਰੀਨ ਰਿਕਾਰਡਿੰਗ। ਉਹਦੇ ਅੰਕ ਵੀ ਦਿੱਤਾ ਹੋਇਆ, ਬਾਣੀ ਵੀ ਦਿੱਤੀ ਹੋਈ ਆ, ਰਾਗ ਵੀ ਦਿੱਤਾ ਹੋਇਆ। ਦੇਖੋ ਭਾਈ ਗਿਆਨ ਕੀ ਆਈ ਆਂधी, ਕਹਿੰਦੇ ਗਿਆਨ ਦੀ ਤਾਂ ਨੇਰੀ ਆ ਗਈ ਭਾਈ, ਨੇਰੀ ਆ ਗਈ, ਪ੍ਰੈਕਟੀਕਲ ਗਿਆਨ ਦੀ ਨੇਰੀ ਆ ਗਈ। ਜਦ ਗਿਆਨ ਨੂੰ ਕਮਾਇਆ, ਜਦ ਪ੍ਰੈਕਟੀਕਲ ਕੀਤਾ, ਜਦ ਧਿਆਨ ਸਿਮਰਨ ਕੀਤਾ। ਦੇਖੋ ਭਾਈ ਗਿਆਨ ਕੀ ਆਈ आंधी, सबे उड़ानी परम की टाटी, रहे ना माया बांधी रहा। ਗਿਆਨ ਆ ਗਿਆ ਤੇ ਮਾਇਆ ਜਿਹੜੀ ਹੈਗੀ ਆ, ਮਾਇਆ ਦੇ ਬੰਧਨ ਟੁੱਟ ਜਾਣੇ ਆ ਸਾਰੇ ਦੇ ਸਾਰੇ, ਮੋਹ ਦੇ ਬੰਧਨ। ਪਰਮ ਧੋਖਾ ਜਿਹੜਾ ਹੈਗਾ ਉੱਡ ਜਾਣਾ ਹੈ। ਇਹਦੀ ਟਾਟੀ, ਇਹਦੀ ਜਿਹੜੀ ਹੈਗੀ ਆ ਸਾਰੀ, ਇਹਨੇ ਬਣਾਇਆ ਹੋਇਆ ਜਿਹੜਾ ਮਾਇਆ ਨੇ ਜਿਹੜਾ ਹੈਗਾ ਹਨੇਰਾ ਪਾਇਆ ਹੋਇਆ ਹੈ। सबे उड़ानी परम की टाटी, रहे ना माया बांधी रहा। दुचित्ते की दोयथून गिरानी, मोह बलेंडा टूटा। ਕਹਿੰਦੇ ਦੁਚਿੱਤਾ ਡੁਐਲਿਟੀ ਦੀ ਜਿਹੜੀ ਥੰਮਲੀ ਉਹ ਡਿੱਗ ਪਈ, ਤੇ ਮੋਹ ਦਾ ਬਲੇਡਾ ਜਿਹੜਾ ਹੈਗਾ ਜਿਹਤੇ ਛਾਨ ਸੀਗੀ ਉਹ ਟੁੱਟ ਗਿਆ। ਸ਼ਤੀਰ ਉਹ दुचित्ते की दोयथून गिरानी, मोह बलेंडा टूटा। तृष्णा छान परी तारे ऊपर, दुर्मत भांडा फूटा। ਕਹਿੰਦੇ ਐਸੀ ਤ੍ਰਿਸ਼ਨਾ ਸੀਗੀ, ਐਸੀ ਮਾਇਆ ਦੀ ਖਿੱਚ ਸੀਗੀ, ਟਿਕਣ ਹੀ ਨਹੀਂ ਦਿੰਦੀ ਸੀਗੀ। ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਧੋਈ ਫਿਰਦੀਆਂ ਸੀਗੀਆਂ ਮਨ ਨੂੰ। ਐਸਾ ਜਿਹੜਾ ਹੈਗਾ ਜੀਵ ਆਤਮਾ ਦੇ ਉੱਤੇ ਇੰਨਾ ਜਿਹੜਾ ਹੈਗਾ ਇੰਨੀ ਕਾਲਕ ਛਾਈ ਹੋਈ ਸੀਗੀ। ਤ੍ਰਿਸ਼ਨਾ ਦੁਚਿੱਤੇ ਕੀ ਦੋਇਤੂਨ ਗਿਰਾਨੀ, ਮੋਹ ਬਲੇਂਡਾ ਟੂਟਾ। ਤ੍ਰਿਸ਼ਨਾ ਛਾਨ ਪਰੀ ਤਾਰੇ ਉੱਪਰ, ਕਹਿੰਦੇ ਤ੍ਰਿਸ਼ਨਾ ਜਿਹੜੀ ਹੈਗੀ, ਤ੍ਰਿਸ਼ਨਾ ਦੀ ਛੰਨ ਜਿਹੜੀ ਹੈਗੀ ਆ, ਛੱਤ ਜਿਹੜੀ ਹੈਗੀ ਤ੍ਰਿਸ਼ਨਾ ਦੀ, ਕਹਿੰਦੇ ਉਹ ਡਿੱਗ ਪਈ ਧਰਤੀ ਤੇ। ਔਰ ਦੁਰਮਤ ਭਾਂਡਾ ਫੂਟਾ, ਇਹੀ ਭੈੜੀ ਮਤ ਸੀਗੀ ਤ੍ਰਿਸ਼ਨਾ, ਮਾਇਆ ਦੀ ਤ੍ਰਿਸ਼ਨਾ, ਪਦਾਰਥਾਂ ਦੀ ਅਟਰੈਕਸ਼ਨ, ਭੋਗ ਵਿਲਾਸ, ਇਹ ਰਸ ਦੁਨੀਆ ਦੇ। ਇਹ ਸਨਾਹ ਜਿਹੜੀ ਪਾਈ ਹੋਈ ਸੀ, ਕਵਚ ਸਵਾਦ ਸਨਾਹ, ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਇਹ ਕੁਬੁੱਧ ਦੀ ਕਮਾਨ, ਇਹ ਦੁਰਮਤ ਦਾ ਭਾਂਡਾ, ਇਹ ਵੀ ਫੁੱਟ ਗਿਆ। ਕਹਿੰਦੇ ਤ੍ਰਿਸ਼ਨਾ ਛਾਨ ਪਰੀ ਤਾਰੇ ਉੱਪਰ, ਦੁਰਮਤ ਭਾਂਡਾ ਫੂਟਾ। ਆਇਆ ਗਿਆਨ ਪਾਈ, ਆਇਆ ਗਿਆਨ ਦੀ ਆਂधी। ਹੁਣ ਆ ਗਿਆ ਅੰਮ੍ਰਿਤ। ਆਂधी ਪਾਛੇ ਜੋ ਜਲ ਵਰਖੈ, ਤਿਹ ਤੇਰਾ ਜਨ ਪੀਨਾ।
ਕਹਿੰਦੇ ਹੁਣ ਅੰਮ੍ਰਿਤ ਰਸ ਆ ਗਿਆ ਮਾਲਕਾ, ਐਸਾ ਅੰਮ੍ਰਿਤ ਰਸ ਆ ਰਿਹਾ, ਐਸਾ ਵਰਖਾ ਹੋ ਰਹੀ ਹੈ ਅੰਮ੍ਰਿਤ ਦੀ ਕਿ ਤੇਰਾ ਜਨ ਭਿੱਜ ਗਿਆ ਉਹਦੇ ਵਿੱਚ, ਤੇਰਾ ਜਨ ਅੱਖਰ ਨਹੀਂ ਰਹੇ ਬੋਲਣ ਵਾਸਤੇ। ਹਾਂਜੀ ਪਾਛੇ ਜੋ ਜਲ ਬਰਖੇ ਤਹਿ ਤੇਰਾ ਜਨ ਭੀਨਾ, ਕਹਿ ਕਬੀਰ ਮਨ ਭਇਆ ਪ੍ਰਗਾਸਾ, ਉਦੈ ਭਾਨ ਜਬ ਚੀਨਾ। ਕਹਿੰਦੇ ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ, ਜੋਤ ਪ੍ਰਕਾਸ਼ ਹੋ ਗਿਆ, ਆਤਮਾ ਦਾ ਪ੍ਰਕਾਸ਼ ਹੋ ਗਿਆ। ਜਦ ਚੀਨਿਆ, ਦੇਖ ਲਿਆ ਉਸ ਸੂਰਜ ਨੂੰ, ਮਨ ਦੇ ਵਿੱਚ ਪ੍ਰਕਾਸ਼ ਹੋ ਗਿਆ, ਸਾਰਾ ਭਰਮ, ਸਾਰੀ ਹਨੇਰਾ ਮਾਇਆ ਦਾ ਖਤਮ ਹੋ ਗਿਆ। ਵਾਪਸ ਆਪਾਂ ਆਈਏ। ਅੰਗ 7 ਦੇ ਉੱਤੇ ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਉੱਥੇ ਤਾਂ ਕਹਿੰਦੇ ਆ ਗਿਆਨ ਆ ਗਿਆ ਤੇ ਗਿਆਨ ਜਿਹੜਾ ਹੈਗਾ ਇੰਨਾ ਪ੍ਰਚੰਡ, ਉੱਥੇ ਤਾਂ ਜਿਹੜਾ ਹੈਗਾ ਇਹ ਸਾਰਾ ਦੁਰਮਤ ਦਾ ਭਾਂਡਾ, ਸਾਰੀ ਭੈੜੀ ਮਤ ਔਰ ਜੋਤ ਪ੍ਰਕਾਸ਼, ਆਤਮਾ ਪ੍ਰਕਾਸ਼ ਹੋ ਜਾਣਾ। ਤਿੱਥੇ ਨਾਦ ਵਿਨੋਦ ਕੋਡ ਆਨੰਦ, ਕੋਡ ਮਤਲਬ ਕਰੋੜਾਂ। ਸਰਮਖੰਡ ਕੀ ਬਾਣੀ ਰੂਪ, ਇਹਦੇ ਵਾਸਤੇ ਕੀ ਕਰਨਾ ਪਊਗਾ? ਕਹਿੰਦੇ ਸਰਮਖੰਡ, ਮਿਹਨਤ ਦਾ ਖੰਡ ਪਿਆਰਿਆ, ਆਹੀ ਹੈਗੀ। ਇਹ ਸਾਰਾ ਕੁਛ ਕਰਕੇ ਆ ਮਿਹਨਤ ਕਰਨੀ ਪਊਗੀ ਤੈਨੂੰ ਆਪਣੇ ਅੰਦਰ ਵੜਨਾ ਪਊਗਾ। ਬਾਹਰ ਮੁਖੀ ਨਹੀਂ ਹੋਣਾ, ਅੰਤਰਮੁਖੀ ਹੋਣਾ ਪਊਗਾ। ਇਹ ਧਿਆਨ ਲਗਾਉਣਾ ਪਊਗਾ, ਇਹ ਸਹਿਜ ਸਮਾਧੀ ਲਗਾਉਣੀ ਪਊਗੀ, ਮੁੰਦਾਂ ਪਾਉਣੀਆਂ ਪੈਣੀਆਂ, ਸੁਰਤ ਸਿਮਰਤ ਦੋਏ ਕੰਨੀ ਮੁੰਦਾਂ। ਪਰਮਿਤ ਬਾਹਰ ਖਿੰਥਾ, ਉਸ ਮਾਲਕ ਪਰਮਾਤਮਾ ਦੀ ਖਿੰਥਾ ਓੜਨੀ ਪਊਗੀ। ਮੌਤ ਨੂੰ ਹਮੇਸ਼ਾ ਚੇਤੇ ਰੱਖਣਾ ਪਊਗਾ। ਸਰਮਖੰਡ ਕੀ ਬਾਣੀ ਰੂਪ, ਕਹਿੰਦੇ ਸਰਮਖੰਡ ਜਿਹੜਾ ਹੈਗਾ, ਇਹਦੀ ਜਿਹੜੀ ਹੈਗੀ, ਇਹਦੀ ਬਾਣੀ ਜਿਹੜੀ ਹੈਗੀ, ਇਹਦਾ ਇੱਥੇ ਕੀ ਹੁੰਦਾ ਆ? ਇਹਦੀ ਬਣਤਰ, ਬਾਣੀ ਦਾ ਮਤਲਬ ਬਣਤਰ। ਇਹਦੀ ਬਣਤਰ ਕੀ ਹੈਗੀ? ਜਿਹੜਾ ਇਨਸਾਨ ਅਭਿਆਸ ਕਰਦਾ ਹੈ, ਜਿਹੜਾ ਇਨਸਾਨ ਮਿਹਨਤ ਕਰਦਾ ਹੈ, ਕਮਾਈ ਕਰਦਾ ਹੈ, ਸਵਾਸਾਂ ਦੇ ਨਾਲ, ਸਵਾਸ ਗੁਰੂ ਹੈਗੇ ਆਪਣੇ, ਇਹ ਗੁਰੂ ਹੈਗੇ। ਸਵਾਸਾਂ ਨੇ ਹੀ ਸਾਰਾ ਕੁਛ ਕਰਨਾ ਹੈ, ਪ੍ਰਾਣ ਹੀ ਹੈਗੇ, ਪ੍ਰਾਣ ਸ਼ਕਤੀ ਗੁਰੂ ਹੈਗੀ ਆਪਣੀ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਕਹਿੰਦੇ ਉੱਥੇ ਤੱਕ ਘੜਿਆ ਜਾਂਦਾ ਕੋਈ ਚੀਜ਼, ਇੰਨੀ ਅਨੂਪ ਹੈ ਕਿ ਕਹਿੰਦੇ ਉਹਦੇ ਵਰਗਾ ਤਾਂ ਕੋਈ ਐਗਜ਼ਾਮਪਲ ਹੀ ਨਹੀਂ ਹੈ, ਉਹਦੇ ਵਰਗਾ ਕੋਈ ਐਗਜ਼ਾਮਪਲ ਹੀ ਨਹੀਂ ਹੈਗਾ। ਜਿਹੜਾ ਇਨਸਾਨ ਸਰਮਖੰਡ ਦੇ ਵਿੱਚ ਮਿਹਨਤ ਕਰਦਾ ਆ, ਉਹ ਜੋ ਘਾੜਤ ਘੜ ਰਿਹਾ ਆ, ਕਹਿੰਦੇ ਇੰਨਾ ਸੁੰਦਰ ਹੋ ਜਾਏਗਾ, ਉਹ ਮਾਲਕ ਪਰਮਾਤਮਾ ਦਾ ਰੂਪ ਹੋ ਜਾਏਗਾ, ਜਿਹਦੀ ਕੋਈ ਐਗਜ਼ਾਮਪਲ ਨਹੀਂ ਹੈਗੀ, ਅਨੂਪ ਹੈਗਾ ਉਹ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਏ ਬਹੁਤ ਅਨੂਪ। ਜਿਹੜੇ ਨਵੇਂ ਆਏ ਜੀ ਪਲੀਜ਼ ਲਿੰਕ ਕਰ ਲੈਣਾ, ਪਿਛਲਾ ਸੁਣ ਲੈਣਾ, ਨਹੀਂ ਤਾਂ ਗੱਲ ਬਣੇਗੀ ਨਹੀਂ। ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਏ ਬਹੁਤ ਅਨੂਪ। ਉਸ ਜਗ੍ਹਾ ਦੇ ਉੱਤੇ ਮਿਹਨਤ ਜਿਹੜੀ ਹੈਗੀ, ਉਹ ਮਾਲਕ ਪਰਮਾਤਮਾ, ਇਹ ਜਿਹੜੀ ਆਪਣਾ ਜੀਵ, ਆਪਣੇ ਉੱਤੇ ਜੀਵ ਦੇ ਉੱਤੇ ਕਾਰਨ ਸ਼ੀਰ ਚੜਿਆ ਹੋਇਆ, ਸਾਰਾ ਕਾਰਨ ਸ਼ੀਰ ਉੱਥੇ ਨਸ਼ਟ ਹੁੰਦਾ ਹੈ। ਆਹ ਘਾੜਤ ਆ ਭਾਈ, ਆਹ ਘਾੜਤ ਹੈਗੀ, ਜਿਹੜੀ ਆਪਣੀ ਸੁਰਤ ਹੈਗੀ, ਮਤ ਹੈਗੀ, ਮਨ ਹੈਗਾ, ਬੁੱਧੀ ਹੈਗੀ, ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਰੀਬਿਲਟ ਹੁੰਦੀਆਂ ਹੈ। ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਕਹਿੰਦੇ ਬਿਆਨ ਤੋਂ ਬਾਹਰ ਹੈਗੀ ਬਾਈ, ਗੱਲ ਨਹੀਂ ਦੱਸਿਆ ਜਾ ਸਕਦਾ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਏ ਬਹੁਤ ਅਨੂਪ, ਤਾਂ ਕਿ ਗੱਲਾਂ ਕਥੀਆਂ ਨਾ ਜਾਏ।
ਜੇ ਕੋ ਕਹੈ ਪਿੱਛੇ ਪਛਤਾਏ, ਕਹਿੰਦੇ ਜੇ ਕੋਈ ਕਹਿੰਦਾ ਹੈ ਭਾਈ, ਜੇ ਬਿਆਨ ਵੀ ਕਰਦਾ ਹੈ ਤੇ ਪਛਤਾਊਗਾ, ਕਿਉਂਕਿ ਅੱਖਰ ਨਹੀਂ ਬਣੇ ਉਸ ਅਵਸਥਾ ਦੇ ਬਾਰੇ ਬਿਆਨ ਕਰਨ ਦੇ ਵਾਸਤੇ, ਤਾਂ ਕਿ ਗੱਲਾਂ ਕਥੀਆਂ ਨਾ ਜਾਏ। ਜੇ ਕੋ ਕਹੈ ਪਿੱਛੇ ਪਛਤਾਏ। ਫਿਰ ਮਹਾਰਾਜ ਥੋੜਾ ਜਿਹਾ ਉਪਕਾਰ ਕਰ ਦਿੰਦੇ ਆ, ਕਹਿੰਦੇ ਚੱਲ ਮੈਂ ਤੈਨੂੰ ਥੋੜਾ ਜਿਹਾ ਦੱਸ ਦੇਣਾ ਹੈ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਕਹਿੰਦੇ ਤੇਰੀ ਸਾਰੀਆਂ, ਤੇਰੀ ਸੁਰਤ, ਤੇਰੀ ਮਤ, ਤੇਰਾ ਮਨ ਤੇ ਤੇਰੀ ਬੁੱਧੀ, ਮਨ ਦੀ ਕਾਲਕ ਜਿਹੜੀ ਹੈ ਸਾਰੀ ਨਿਕਲਣੀ ਆ ਉੱਥੇ। ਤੇਰੀ ਬੁੱਧੀ ਵਿਵੇਕ ਬੁੱਧੀ ਬਣਨੀ ਆ, ਤੇਰੀ ਮਤ ਗੁਰੂ ਦੀ ਮਤ ਬਣਨੀ ਆ, ਤੇਰੀ ਸੁਰਤ ਜਿਹੜੀ ਹੈਗੀ, ਤੇਰੀ ਸੁਰਤ ਆਤਮਾ ਵਾਲੀ ਹੋਣੀ ਆ। ਹਾਲੇ ਤੇਰੀ ਸੁਰਤ ਜਿਹੜੀ ਆ ਮਾਇਆ ਵਾਲੀ ਹੈਗੀ ਆ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਉਸ ਜਗ੍ਹਾ ਤੇ ਜਿਹੜੀ ਹੈਗੀ ਸੁਰ ਜਿਹੜੇ ਹੈਗੇ ਦੇਵਤੇ ਸਿੱਧ ਲੋਕੀ ਜਿਹੜੀ ਕਮਾਈ ਕਰਦੇ ਆ, ਜਿਸ ਕੰਮ ਦੇ ਵਾਸਤੇ ਸਿੱਧੀ ਪ੍ਰਾਪਤ ਕਰਦੇ ਆ, ਮਾਲਕ ਪਰਮਾਤਮਾ ਨੂੰ ਉਹਦੇ ਵਿੱਚ ਬੂੰਦ ਮਰਚ ਹੋਣ ਵਾਸਤੇ ਸ਼ੁੱਧ ਕਹਿੰਦੇ ਆ, ਸੂਝ ਸੋਝੀ। ਆਹ ਚੀਜ਼ ਉੱਥੇ ਜਿਹੜੀ ਹੈਗੀ ਆ ਪਰਮਾਤਮਾ ਦੇ ਵਿੱਚ ਮਰਜ ਹੋਣ ਵਾਸਤੇ, ਬੂੰਦ ਸਾਗਰ ਦੇ ਵਿੱਚ ਮਰਜ ਹੋਣ ਵਾਸਤੇ ਖਰੀ ਬਣਦੀ ਹੈ, ਖਰੀ। ਜਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਹਾਂਜੀ ਹਾਂਜੀ, ਇੱਥੇ ਜਰਾ ਕਿਰਪਾ ਕਰਿਓ, ਸੁਰਤ ਮਤ ਮਨ ਬੁੱਧ। ਹਾਂਜੀ ਹਾਂਜੀ, ਮਤ ਔਰ ਬੁੱਧ ਦੇ ਵਿੱਚ ਜਰਾ ਕਰਿਓ, ਦੋਨਾਂ ਅਲੱਗ ਅਲੱਗ ਕੀ ਕਿੱਦਾਂ ਅਲੱਗ ਅਲੱਗ ਹੈਗੇ। ਇੱਕ ਸੁਰਤ ਜਿਹੜੀ ਹੈਗੀ ਆ, ਹਾਂਜੀ ਹਾਂਜੀ, ਚਿੱਤ ਦੀ ਵੀ ਗੱਲ ਆਉਂਦੀ ਆ, ਇੱਥੇ ਬਾਬਾ ਸੁਰਤ ਦੀ ਵੀ ਗੱਲ ਕਰਦੇ ਨੇ, ਜਰਾ ਇਹਦੀ ਕਿਰਪਾ ਕਰਿਓ। ਹਾਂਜੀ ਹਾਂਜੀ, ਇਸ ਲਾਈਨ ਤੇ ਨਾ ਜੀ ਖੋਲਿਓ ਜਰਾ ਪਲੀਜ਼। ਹਾਂਜੀ ਹਾਂਜੀ, ਇੱਕ ਸੈਕਿੰਡ ਜੀ, ਮੈਂ ਨਾ ਦੂਸਰਾ ਸ਼ਬਦ ਲੈ ਲਿਆ ਸੀਗਾ। ਹਾਂ ਹਾਂਜੀ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸੁਰਤ ਤੇ ਜਿਹੜਾ ਹੈਗਾ, ਜਿਹੜਾ ਸੁਰਤ ਤੇ ਚਿੱਤ ਜਿਹੜਾ ਹੈਗਾ, ਇਹਦੇ ਵਿੱਚ ਇਹ ਹੈ ਸੁਰਤ ਜਿਹੜੀ ਹੈਗੀ ਆਪਣੀ ਮੇਨ ਸੁਰਤ ਹੈਗੀ ਆ, ਜਿਹਦੇ ਨਾਲ ਆਪਾਂ ਨੇ ਯਾਤਰਾ ਕਰਨੀ ਆ। ਇਹ ਸੁਰਤ ਔਰ ਚਿੱਤ ਜਿਹੜਾ ਹੈਗਾ, ਇਹ ਹੈਗਾ ਡਿਸਪਲੇ ਆਪਣਾ, ਜਿੱਥੇ ਡਿਸਪਲੇ ਹੋ ਰਿਹਾ ਹੈ, ਜਿੱਥੇ ਸਾਰਾ ਕੁਝ ਜਿਹੜਾ ਹੈਗਾ ਆਪਾਂ ਆਪਣੀ ਸੁਰਤ ਜਿਹੜੀ ਹੈ ਚਿੱਤ ਦੇ ਵਿੱਚ ਜਾਂਦੀ ਹੈ, ਡਿਸਪਲੇ ਦੇ ਉੱਤੇ ਜਿਹੜੀ ਹੈ ਜੋ ਕੁਝ ਦੇਖੋਗੇ। ਹੁਣ ਮਾਇਆ ਡਿਸਪਲੇ ਹੁੰਦੀ, ਵਿਚਾਰ ਚੱਲਦੇ ਆ ਸਾਰੇ ਆਪਣੇ ਚਿੱਤ ਦੇ ਵਿੱਚ ਹੁੰਦੇ ਆ। ਬਾਹਰ ਦਾ ਜੋ ਆਪਾਂ ਆਕਾਰ ਅੱਖਾਂ ਦੇ ਨਾਲ, ਗਿਆਨ ਇੰਦਰੀਆਂ ਦੇ ਨਾਲ ਜੋ ਕੁਝ ਦੇਖਦੇ ਆ, ਉਹ ਸਾਰਾ ਚਿੱਤ ਦੇ ਉੱਤੇ ਡਿਸਪਲੇ ਹੁੰਦਾ, ਤਾਂ ਫਿਰ ਸਰੀਰ ਹਰਕਤ ਦੇ ਵਿੱਚ ਆਉਂਦਾ। ਔਰ ਸੁਰਤ ਜਿਹੜੀ ਹੈਗੀ ਆਪਣੀ, ਉਸ ਨੂੰ ਜਿਹੜੀ ਹੈਗੀ ਆ ਆਪਣੀ ਉਹਦੇ ਤੱਕ ਪਹੁੰਚਾਉਂਦੀ ਆ, ਆਪਣੀ ਮਨ ਤੱਕ, ਆਤਮਾ ਤੱਕ ਜਿਹੜੀ ਹੈ ਮੈਲੀ ਹੈਗੀ, ਮਨ ਕਾਰਨਸ਼ੀਲ ਹੈਗਾ, ਇਹ ਸੁਰਤ ਦੇ ਦੁਆਰਾ ਹੁੰਦਾ ਸਾਰਾ ਕੁਝ। ਇਹ ਸੁਰਤ ਜਿਹੜੀ ਹੈ ਇਸੇ ਨੇ ਜਿਹੜਾ ਹੈਗਾ ਪਟਲ ਤੋਂ ਉੱਠ ਕੇ ਇਹਨੇ ਜਿਹੜਾ ਹੈਗਾ ਆਤਮਾ ਵੱਲ ਨੂੰ ਜਾਣਾ ਹੈਗਾ। ਤੇ ਇਸ ਤੋਂ ਬਾਅਦ ਜਿਹੜਾ ਤੁਸੀਂ ਕਿਹਾ ਸੀਗਾ ਬੁੱਧੀ ਤੇ ਮਤ, ਮਨ ਤਾਂ ਪਤਾ ਲੱਗ ਗਿਆ, ਮਨ ਜਿਹੜਾ ਹੈਗਾ, ਮਨ ਆਤਮਾ ਦੇ ਉੱਤੇ ਜਿਹੜੇ ਹੈਗੇ ਕਾਰਨਸ਼ੀਲ ਹੈਗਾ। ਜੀਵ ਆਤਮਾ ਜਿਹੜੀ ਹੈਗੀ ਆ, ਉਹ ਇਸ ਮਨ ਦੇ ਕਾਰਨ ਹੀ ਜਿਹੜੀ ਹੈਗੀ ਆ ਆਪਣੇ ਆਪ ਨੂੰ ਜਿਹੜੀ ਹੈਗੀ ਮੈਲੀ ਮਹਿਸੂਸ ਕਰਦੀ ਹੈ। ਜੀਵ ਆਤਮਾ ਜਿਹੜੀ ਪਰਮਾਤਮਾ ਦਾ ਅੰਸ਼ ਹੈ, ਪਰਮਾਤਮਾ ਵਰਗੀ ਹੈਗੀ, ਪਰ ਇਹ ਕਾਰਨਸ਼ੀਲ ਦੇ ਕਾਰਨ, ਜਿਵੇਂ ਕੋਈ ਜਿਹੜਾ ਹੈਗਾ ਐਸਾ ਅੱਖਾਂ ਦੇ ਉੱਤੇ ਜਿਹੜੀ ਹੈ ਕਿਸੇ ਦੇ ਜਿਹੜੀ ਹੈਗੀ ਧੁੰਦ ਛਾ ਜਾਏ, ਉਹਨੂੰ ਪਤਾ ਹੀ ਨਾ ਲੱਗੇ ਵੀ ਮੈਂ ਹੈ ਕੌਣ, ਔਰ ਉਹਨੂੰ ਰਸਤਾ ਹੀ ਨਾ ਪਤਾ ਲੱਗੇ। ਉਹ ਜਿਹੜਾ ਹੈਗਾ ਧੋਖੇ ਦੇ ਵਿੱਚ, ਟਰੈਪ ਦੇ ਵਿੱਚ ਹੀ ਜਿਹੜਾ ਹੈਗਾ ਸ਼ੇਰ ਜਿਹੜਾ ਹੈਗਾ, ਸ਼ੇਰ ਦਾ ਬੱਚਾ ਜਾ ਕੇ ਜਿਹੜਾ ਹੈਗਾ ਗਿੱਦੜਾਂ ਦੇ ਵਿੱਚ, ਜਿਹੜਾ ਬੱਕਰੀਆਂ ਦੇ ਵਿੱਚ ਰਲ ਕੇ ਜਿਹੜਾ ਹੈਗਾ ਆਪਣੇ ਆਪ ਨੂੰ ਬੱਕਰੀ ਸਮਝੇ, ਔਰ ਉਹਦੇ ਵਾਂਗੂ ਹੀ ਜਿਹੜਾ ਹੈ ਮੈਂ ਕਰਦਾ ਫਿਰੇ। ਵਾਹਿਗੁਰੂ ਜੀ। ਹਾਂਜੀ ਬਾਬਾ ਜੀ, ਇੱਕ ਇਹ ਜਿਹੜਾ ਕਹਿੰਦੇ ਆ, ਉਹਨਾਂ ਨੇ ਸਵਾਲ ਕੀਤਾ, ਤੁਸੀਂ ਦੱਸ ਰਹੇ ਆ, ਇਹ
ਇਹ ਜਿਹੜੀ ਇੱਕ ਭਗਤ ਕਬੀਰ ਜੀ ਦੀ ਬਾਣੀ ਦੇ ਵਿੱਚ ਆਉਂਦਾ ਉਹ ਸੇਮ ਹੀ ਲੱਗਦਾ ਮੈਨੂੰ ਨਹੀਂ ਪਤਾ, ਤੁਸੀਂ ਉਹਦੀ ਵਿਚਾਰ ਕਰਨੇ। ਉੱਥੇ ਕਹਿੰਦੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੇ ਨਿਤ ਭੇਡ। ਹਾਂ ਬਿਲਕੁਲ ਸੇਮ ਉਹੀ ਚੀਜ਼ ਗੱਲ ਹੈ, ਕਰ ਰਹੇ ਆ, ਬਿਲਕੁਲ ਉਹੀ, ਹਾਂ ਬਿਲਕੁਲ ਉਹੀ ਗੱਲ ਆ, ਲੇਲੇ ਕੋ ਚੁੰਗੇ ਨਿਤ ਭੇਡ। ਹਾਂ ਮਤਲਬ ਭੇਡ ਨੂੰ ਤੇ ਉਲਟੀ ਗੱਲ ਆ ਨਾ, ਬਿਲਕੁਲ ਉਲਟੀ ਹੋ ਗਈ। ਹਾਂ ਲੇਲੇ ਨੂੰ ਮਤਲਬ ਕਿ ਉਲਟੀ ਗੱਲ ਕਹਿ ਰਹੇ ਹੈਗੇ। ਬਿਲਕੁਲ ਬਿਲਕੁਲ ਜਿਹੜੀ ਹੈਗੀ, ਦੇਖੋ ਜਿਹੜਾ ਹੈਗਾ ਸ਼ੇਰ ਸੀਗਾ, ਸ਼ੇਰ ਜਿਹੜਾ ਹੈਗਾ ਭੇਡ ਬਣ ਗਿਆ ਉਹ। ਉਹ ਚੀਜ਼ ਹੈਗੀ ਆ, ਐਸੀ ਮਾਇਆ ਹੈਗੀ, ਇਹੀ ਤਾਂ ਖੇਡ ਮਾਲਕ ਪਰਮਾਤਮਾ ਨੇ ਪਾਈ ਹੋਈ ਹੈ। ਮਤਲਬ ਕਿ ਆਪਣੀ ਜਿਹੜੀ ਸੁਰਤੀ ਆ ਵਿਚਾਰਾਂ ਦੇ ਵਿੱਚ, ਇਹ ਮਤਲਬ ਕਿ ਗੱਡੀ ਰਹਿੰਦੀ ਹੈ ਨਾ, ਵਿਚਾਰ ਆਉਂਦੇ ਨੇ, ਹਾਂ ਉਹਦਾ ਦੇ ਨਾਲ ਹੀ ਰਹਿੰਦੀ ਹੈ। ਬਿਲਕੁਲ, ਵਿਚਾਰ ਹੀ ਤਾਂ ਮਾਇਆ ਹੈਗੀ ਆ, ਮਾਇਆ ਹੀ ਤਾਂ ਵਿਚਾਰ ਹੈਗੀ ਆ। ਹਾਂ ਅੱਛਾ ਨਹੀਂ ਕੋਈ ਗੱਲ ਨਹੀਂ, ਆਪਾਂ ਜਿਹੜੇ ਸੀਗੇ ਡਿਫਰੈਂਸ ਕਰ ਰਹੇ ਸੀਗੇ ਮੱਤ ਤੇ ਬੁੱਧ ਦਾ। ਹਾਂ ਇਹਨਾਂ ਦਾ ਕੁਐਸਚਨ ਇੱਕ ਮੱਤ ਬੁੱਧ ਦਾ ਵੀ ਸੀਗਾ। ਮੱਤ ਜਿਹੜੀ ਹੈਗੀ, ਦੇਖੋ ਮੱਤ ਹੈਗੀ ਤੁਹਾਡੀ ਜਿਹੜੀ ਹੈਗੀ ਆ ਬੈਂਟ ਆਫ ਮਾਈਂਡ, ਤੁਹਾਡੀ ਮੱਤ ਤੇ ਹੁਣ ਆਪਣੀ ਮੱਤ ਹੈਗੀ, ਮਨ ਦੀ ਮੱਤ ਹੈਗੀ ਆਪਣੀ, ਤੇ ਇੱਕ ਮੱਤ ਗੁਰੂ ਦੀ ਮੱਤ ਹੈਗੀ, ਇਹ ਬ੍ਰਹਮ ਗਿਆਨ ਹੈਗਾ। ਇਹ ਬ੍ਰਹਮ ਗਿਆਨ, ਬ੍ਰਹਮ ਦੀ ਮੱਤ ਜਿਹੜੀ ਹੈ ਸੱਚਾਈ ਦੀ ਮੱਤ ਹੈਗੀ, ਆਪਣੀ ਮੱਤ ਜਿਹੜੀ ਹੈ ਮਾਇਆ ਦੀ ਮੱਤ ਹੈਗੀ। ਤੇ ਇਸ ਤੋਂ ਬਾਅਦ ਜਿਹੜਾ ਹੈ ਇੱਕ ਹੈਗੀ ਬੁੱਧੀ। ਬੁੱਧੀ ਜਿਹੜੀ ਹੈਗੀ ਉਹਨੂੰ ਕਹਿੰਦੇ ਆ ਤੁਹਾਡੀ ਜਿਹੜੀ ਹੈਗੀ ਵਿਚਾਰ ਸ਼ਕਤੀ, ਜਿਹਦੇ ਨਾਲ ਤੁਸੀਂ ਜਿਹੜਾ ਹੈਗਾ ਕੋਈ ਚੀਜ਼ ਨੂੰ ਕਿੰਨੀ ਜਲਦੀ ਪਕੜਦੇ ਹੋ ਤੁਸੀਂ, ਉਹਨੂੰ ਕਹਿੰਦੇ ਬੁੱਧੀ। ਹਾਲੇ ਆਪਣੀ ਬੁੱਧੀ ਵੀ ਜਿਹੜੀ ਹੈਗੀ ਮਨ ਦੇ ਅਧੀਨ ਹੀ ਹੈਗੀ, ਵਿਵੇਕ ਬੁੱਧੀ ਆਉਣੀ ਆ। ਫਿਰ ਵਿਵੇਕ ਮਤਲਬ ਵਿਸ਼ਲੇਸ਼ਣ, ਵਿਚਾਰਾਤਮਕ ਬੁੱਧੀ, ਬਈ ਆ ਸੱਚ ਤੇ ਝੂਠ, ਹੁਣ ਇਸ ਟਾਈਮ ਜਿਹੜਾ ਹੈਗਾ ਮੈਨੂੰ ਕੀ ਕਰਨਾ ਹੈ, ਜਿਹੜੀ ਹੈਗੀ ਜਿਸ ਤਰ੍ਹਾਂ ਜਿਹੜਾ ਹੈਗਾ ਉਹ ਕੋਈ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਕੋਈ ਕਸਾਈ ਹੈਗਾ, ਮੰਨ ਲਓ ਬਈ ਉਹ ਕਿਸੇ ਗਾਂ ਜਿਹੜੀ ਆ ਉਹਨੂੰ ਵੱਢਣਾ ਚਾਹੁੰਦਾ ਹੈ, ਤੇ ਉਹ ਗਾਂ ਕਿਤੇ ਚੱਰ ਰਹੀ ਹੈ, ਕਿਤੇ ਗਈ ਆ, ਤੇ ਕਿਸੇ ਨੂੰ ਪੁੱਛਦਾ ਹੈ ਬਈ ਮੇਰੀ ਗਾਂ ਦੇਖੀ ਆ, ਮੇਰੀ ਗਾਂ, ਉਹ ਕਹਿੰਦਾ ਉਹਨੇ ਤਾਂ ਦੇਖੀ ਹੈ, ਪਤਾ ਹੈ ਵੀ ਉੱਥੇ ਚੱਰ ਰਹੀ, ਕਹਿੰਦਾ ਮੈਨੂੰ ਨਹੀਂ ਪਤਾ ਭਾਈ, ਮੈਂ ਤਾਂ ਨਹੀਂ ਦੇਖੀ। ਹੈਗੀ, ਇਹ ਹੈਗੀ ਤੁਹਾਡੀ ਬੁੱਧੀ, ਬਈ ਉਸ ਜਗ੍ਹਾ ਤੇ ਜਿਹੜਾ ਹੈਗਾ ਪ੍ਰੈਜ਼ੈਂਟ ਦੇ ਵਿੱਚ ਆਪਾਂ ਨੇ ਕੀ ਕਰਨਾ ਹੈਗਾ। ਇਹ ਹੈਗੀ ਵਿਸ਼ਲੇਸ਼ਣ, ਇਹ ਹੈਗੀ ਵਿਵੇਕ। ਵਿਵੇਕ ਕੀ ਹੈਗਾ? ਠੀਕ ਹੈ ਜੀ ਰੇਸ਼ਮ ਜੀ। ਠੀਕ ਹੈ ਵੀਰ ਜੀ, ਠੀਕ ਹੈ, ਧੰਨਵਾਦ ਜੀ। ਹਾਂਜੀ ਵੀਰ ਜੀ ਦੁਰਮਤ ਹਾਂ ਉੱਪਰ ਇਹਨਾਂ ਨੇ ਦੱਸੇ ਆ ਨਾ ਜੀ। ਹਾਂਜੀ ਹਾਂਜੀ ਬਿਲਕੁਲ, ਦੁਰਮਤ ਕ੍ਰਿਸ਼ਨਾ ਸਾਨ ਭਰੇ ਤਰ ਉੱਪਰ ਦੁਰਮਤ ਭਾਂਡਾ ਫੁੱਟਾ। ਤੇ ਮਤਲਬ ਇਹ ਦੁਰਮਤ ਜਿਹੜੀ ਕਰੀ ਜਾਂਦੀ ਆ ਜੀ, ਇਹ ਫਿਰ ਵਿਵੇਕ ਬੁੱਧੀ ਬਣ ਜਾਂਦੀ ਹੈ। ਹਾਂ ਇਹ ਦੁਰਮਤ ਜਿਹੜੀ ਹੈਗੀ ਆ ਆਪਣੀ ਗੁਰਮਤ ਬਣ ਜਾਂਦੀ ਹੈ, ਗੁਰੂ ਦੀ ਮੱਤ। ਹਾਂਜੀ ਹਾਂਜੀ ਤੇ ਬੁੱਧੀ ਜਿਹੜੀ ਹੈਗੀ ਉਹ ਮਤਲਬ ਦੂਜੇ ਭਾਵ ਵਾਲੀ ਹੁੰਦੀ ਆ। ਜਦੋਂ ਵਿਵੇਕ ਹੋ ਜਾਂਦੀ ਆ ਉਹਨੂੰ ਫਿਰ ਉਹ ਗੁਰੂ ਦੀ ਭਾਵ ਪਛਾਣ ਕੇ ਉਹ ਕਰੈਕਟ ਚੀਜ਼ ਪਛਾਣਦੀ ਆ ਵੀ ਆਹ ਚੀਜ਼ ਕਰੈਕਟ ਆ। ਬਿਲਕੁਲ ਠੀਕ ਹੈ ਜੀ, ਬਿਲਕੁਲ ਬਹੁਤ ਵਧੀਆ। ਬੁੱਧੀ ਚ ਪਤਾ ਨਹੀਂ ਲੱਗਦਾ ਦੂਜੇ ਭਾਵ, ਕਦੇ ਅਸੀਂ ਉਸੇ ਨੂੰ ਠੀਕ ਕਹਾਂਗੇ, ਕਦੇ ਉਸ ਨੂੰ ਗਲਤ ਕਹਾਂਗੇ। ਬਿਲਕੁਲ ਬਹੁਤ ਵਧੀਆ। ਚੰਗੀ ਲੱਗੂ ਕਦੇ ਮਾੜੀ, ਮਤਲਬ ਉਹ ਡਿਸਾਈਡ ਨਹੀਂ ਕਰ ਸਕਦੇ। ਆਸੀਲੇਟ ਹੋ ਜਾਂਦਾ ਇਨਸਾਨ। ਹਾਂਜੀ ਹਾਂਜੀ, ਠੋਕਰ ਲੱਗਣ ਦਾ ਖਤਰਾ ਰਹਿੰਦਾ ਹੈ ਬਸ। ਹਾਂਜੀ ਹਾਂਜੀ। ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਇੱਕ ਡਿਸਪਲੇ ਆਪਾਂ ਲੈ ਸਕਦੇ, ਜੇ ਆਪਾਂ ਮੋਬਾਈਲ ਦਾ ਹੀ ਗੁਰਬਾਣੀ ਦੀ ਡਿਸਪਲੇ ਦੇਖਦੇ ਆ। ਹਾਂ ਹਾਂ ਤੇ ਇਸ ਨੂੰ ਸਮਝ ਸਕਦੇ ਆ। ਬਿਲਕੁਲ ਠੀਕ ਹੈ ਜੀ, ਪੜ੍ਹਦੇ ਆ। ਹਾਂ ਜਿਹੜੀ ਚੀਜ਼ ਨਾਲ ਦੇਖ ਰਹੇ ਆ ਆਪਾਂ, ਉਹ ਆਪਣੀ ਸੁਰਤ ਹੈਗੀ ਆ। ਹਾਂਜੀ ਹਾਂਜੀ, ਹੁਣ ਇਹ ਜਿਹੜਾ ਪੜ੍ਹਦੇ ਆ ਆਪਾਂ, ਇਹ ਸਾਡੀ ਬੁੱਧੀ ਡਿਸਾਈਡ ਨਹੀਂ ਕਰ ਸਕਦੀ। ਆਪਾਂ ਇਹ ਠੀਕ ਵੀ ਪੜ੍ਹਦੇ ਆ, ਪੜ੍ਹ ਤਾਂ ਲੈਂਦੇ ਆ, ਲੇਕਿਨ ਅਸੀਂ ਉਹ ਮਤਲਬ ਇਹ ਨਹੀਂ ਕਿ ਉਹ ਇਨਸਾਫ ਪੂਰਾ ਹੋਵੇ ਵੀ ਕਿ ਉਹ ਠੀਕ ਪੜ੍ਹਿਆ। ਬਿਲਕੁਲ ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ। ਆਪਾਂ ਇੱਕ ਹੁਣ ਜਿਹੜਾ ਹੈਗਾ ਰਵਿਦਾਸ ਜੀ ਦਾ ਸ਼ਬਦ ਲੈ ਰਹੇ ਜੀ, 1167 ਅੰਗ ਦੇ ਉੱਤੇ, ਕਿਉਂਕਿ ਜਿਹੜਾ ਹੈਗਾ ਇਹ ਗਿਆਨ ਜਿਹੜਾ ਹੈਗਾ, ਗਿਆਨ ਕੀ ਕਰਨਾ ਹੈ? ਗਿਆਨ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਇਹ ਆਪਣਾ ਜਿਹੜਾ ਹੈਗਾ ਸਰਮਖੰਡ ਦੀ ਮਿਹਨਤ, ਜਿਹੜੀ ਸਰਮਖੰਡ ਦੇ ਵਿੱਚ ਬੈਠ ਰਹੇ ਆ ਤੇ ਕੀ ਹੋ ਰਿਹਾ ਆ, ਉਹਨੂੰ ਹੋਰ ਖੋਲੇਗਾ ਇਹ ਸ਼ਬਦ ਭੈਰੋ ਰਾਗ ਦੇ ਵਿੱਚ 1167 ਅੰਗ ਦੇ ਉੱਤੇ। ਭੈਰੋ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ, ਏਕ ਓਂਕਾਰ ਸਤਿਗੁਰ ਪ੍ਰਸਾਦ, ਬਿਨ ਦੇਖੇ
उपजे नहीं आसा, जो दिसै सो होए बिनासा। ਇਹ ਸਰਮਖੰਡ ਦੇ ਵਿੱਚ ਰਵਿਦਾਸ ਜੀ ਕਹਿ ਰਹੇ ਆ ਗਿਆਨ ਖੰਡ ਤੋਂ ਬਾਅਦ, ਕਹਿੰਦੇ ਮਾਲਕਾ ਦਿਖ ਤਾਂ ਰਿਹਾ ਨਹੀਂ ਆ, ਹਾਲੇ ਪ੍ਰੈਕਟੀਕਲ ਜਿਹੜਾ ਹੈਗਾ ਨਹੀਂ ਹੋ ਰਿਹਾ। ਜਦ ਤੱਕ ਪ੍ਰੈਕਟੀਕਲ ਨਾ ਹੋਏ ਤੇ ਆਸ ਥੋੜੀ ਨਾ ਹੁੰਦੀ ਆ। ਫਿਰ ਬਿਨ ਦੇਖੇ ਉਪਜੇ ਨਹੀਂ ਆਸਾ, ਪ੍ਰੈਕਟੀਕਲ ਚਾਹੀਦਾ ਹੈ ਮੈਨੂੰ ਮਾਲਕਾ, ਪ੍ਰੈਕਟੀਕਲ ਚਾਹੀਦਾ ਹੈ, ਬਗੈਰ ਦੇਖੇ ਆਸ ਨਹੀਂ ਹੁੰਦੀ। ਆਹੀ ਤਾਂ ਮੀਲ ਪੱਥਰ ਹੈਗੇ ਰਸਤੇ ਦੇ ਵਿੱਚ। ਮਾਲਕ ਜਿਹੜਾ ਹੈ ਮੀਲ ਪੱਥਰ ਦਿੰਦਾ ਹੈ ਆਪਣੇ ਅੰਦਰ, ਜਿਹੜੀ ਹੈਗੀ ਆ ਦੇਖ ਲਓ, ਇਹ ਜਿਹੜੀ ਅਭਿਆਸ ਕਰ ਰਹੇ ਆ, ਇਸ ਤੋਂ ਬਾਅਦ ਜਿਹੜਾ ਹੈਗਾ ਉਹ ਸੁਣਨ ਦਾ ਸ਼ਬਦ ਪ੍ਰਗਟ ਹੋ ਜਾਂਦਾ ਹੈ, ਫਿਰ ਜਿਹੜਾ ਹੈਗਾ ਉਹ ਨਾਦ ਪ੍ਰਗਟ ਹੋ ਜਾਂਦਾ ਹੈ, ਫਿਰ ਜਿਹੜਾ ਹੈਗਾ ਪ੍ਰਕਾਸ਼। ਇਹ ਸਾਰੇ ਜਿਹੜੇ ਹੈਗੇ ਮੀਲ ਪੱਥਰ ਹੈਗੇ ਆ। ਇਸ ਕਰਕੇ ਕਿ ਅਭਿਆਸੀ, ਕਿਉਂਕਿ ਇਹ ਜਿਹੜਾ ਹੈਗਾ ਇੱਥੇ ਬਹੁਤ ਜਿਹੜਾ ਹੈਗਾ ਧੀਰਜ ਦੀ ਲੋੜ ਹੈਗੀ ਆ, ਬਹੁਤ ਧੀਰਜ ਦੇ ਨਾਲ ਜਿਹੜਾ ਹੈਗਾ ਇਹ ਕਾਰਵਾਈ ਹੋਣੀ ਹੈ ਭਾਈ। ਕਾਲੇ ਨਹੀਂ ਵਗ ਸਕਦੇ ਇੱਥੇ, ਬਹੁਤ ਧੀਰਜ ਆ, ਬਹੁਤ ਧੀਰਜ ਚਾਹੀਦਾ ਹੈ। ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦਿਸੇ ਸੋ ਹੋਏ ਬਿਨਾਸਾ। ਕਹਿੰਦੇ ਜੋ ਦਿਸ ਰਿਹਾ ਹੈ ਉਹ ਤਾਂ ਵਿਨਾਸ਼ਮਾਨ ਹੈਗਾ। ਜਿਹੜੀ ਚੀਜ਼ ਇਸ ਟਾਈਮ ਮੈਨੂੰ ਦਿਸ ਰਹੀ ਹੈ ਮਾਲਕਾ, ਉਹ ਸਾਰੀ ਦੀ ਸਾਰੀ ਵਿਨਾਸ਼ਮਾਨ ਹੈਗੀ, ਉਹ ਨਾਸ਼ਵਾਨ ਚੀਜ਼ ਹੈਗੀ ਹੈ। ਵਰਨ ਸਹਿਤ ਜੋ ਜਾਪੇ ਨਾਮ, ਸੋ ਜੋਗੀ ਕੇਵਲ ਨੇਹ ਕਾਮ। ਦੇਖ ਲਾ ਮਿੱਤਰਾ, ਹੁਣ ਯਾਦ ਰੱਖ ਲਾ, ਵਰਨ ਸਹਿਤ ਕਹਿੰਦੇ ਦੇਖ ਪਰਮਾਤਮਾ ਦੇ ਗੁਣ ਯਾਦ ਰੱਖ, ਪਰਮਾਤਮਾ ਨੂੰ ਵਰਣਨ ਜਿਹੜੀ ਹੈ ਗੁਰੂ ਦੀ ਮੱਤ ਹੈਗੀ ਹੈ, ਇਹਨੂੰ ਨਾਲ ਨਾਲ ਚੱਲਣ ਦੇ। ਇਹਨੇ ਤੇਰੇ ਅੰਦਰ ਜਿਹੜਾ ਤੇਰਾ ਉਤਸ਼ਾਹ ਜਿਹੜਾ ਹੈਗਾ ਉਹ ਘਟਣ ਨਹੀਂ ਦੇਣਾ ਇਹਨੇ। ਵਰਨ ਸਹਿਤ ਜੋ ਜਾਪੇ ਨਾਮ, ਕਾਰਵਾਈ ਤੈਨੂੰ ਧਿਆਨ ਸਿਮਰਨ ਕਰਨੀ ਪਊਗੀ, ਨਾਮ ਜਪਣਾ ਪਊਗਾ ਤੈਨੂੰ, ਐਕਸ਼ਨ ਇਹੀ ਕਰਨੀ ਪੈਣੀ ਹੈ। ਸੋ ਜੋਗੀ ਕੇਵਲ ਨਿਕਾਮ, ਕੇਵਲ ਲਗਾਇਆ ਮਹਾਰਾਜ ਨੇ, ਕੇਵਲ ਉਹੀ ਨਿਹਕਾਮ ਹੋ ਸਕਦਾ ਆ, ਵਿਚਾਰ ਸ਼ੂન્ય ਹੋ ਸਕਦਾ ਆ, ਮਾਇਆ ਨੂੰ ਜਿੱਤ ਸਕਦਾ ਆ। ਉਹੀ ਜੋਗੀ ਕਿਹੜਾ, ਵਰਨ ਸਹਿਤ ਜੋ ਜਾਪੇ ਨਾਮ, ਜਿਹੜਾ ਗਿਆਨ ਨੂੰ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਧਿਆਨ ਕਰ ਰਿਹਾ ਆ। ਵਰਨ ਸਹਿਤ, ਵਰਨ ਮਤਲਬ ਗਿਆਨ, ਵਰਨ ਸਹਿਤ, ਸਹਿਤ ਮਤਲਬ ਇਨਕਲੂਡ ਕਰ ਇਸ ਨੂੰ। ਵਰਨ ਸਹਿਤ ਜੋ ਜਾਪੇ ਨਾਮ, ਸੋ ਜੋਗੀ ਕੇਵਲ ਨਿਕਾਮ। ਬਹੁਤ ਬਹੁਤ ਦੇਖੋ, ਇਹ ਪਹਿਲਾ ਨੰਬਰ ਤੇ ਇਸ ਤੋਂ ਬਾਅਦ ਫਿਰ ਰਾਹੋਂ ਦੀ ਪੰਕਤੀ ਆਈ, ਉਹ ਵੀ ਪਹਿਲਾ ਨੰਬਰ। ਇਹੀ ਜਿਹੜਾ ਹੈਗਾ ਪੂਰਾ ਦਾ ਪੂਰਾ ਸਬਜੈਕਟ ਹੈਗਾ ਭਾਈ। ਇਸੇ ਵਾਸਤੇ ਰਹਾਓ ਕਿਉਂ ਹੈ? ਰਹਾਓ ਦਾ ਮਤਲਬ ਠਹਿਰਾਓ, ਠਹਿਰ ਜਾ, ਠਹਿਰਾਓ ਹੈ, ਠਹਿਰਾਓ ਹੈ ਨਾਲ ਨਾਲ। ਬਈ ਆਹ ਗੱਲ ਦੇਖ, ਸਬਜੈਕਟ ਦੇ ਰਿਹਾ ਮੈਂ ਤੈਨੂੰ, ਉੱਪਰ ਦਾ ਬੰਨ ਦਿੱਤਾ ਆ, ਤੇ ਰਹਾਓ ਕਿਉਂਕਿ ਇਹਦੇ ਵਿੱਚ ਮੈਂ ਤੈਨੂੰ ਜਿਹੜਾ ਹੈਗਾ ਇਹਦੀ ਜਿਸਟ ਦੇਣੀ ਆ। ਤੇ ਜਿਹੜਾ ਹੈਗਾ ਇਹ ਉਸ ਘਰ ਦੇ ਵਿੱਚ ਨਹੀਂ, ਇਹਦੇ ਵਾਸਤੇ ਘਰ ਦਾ ਰੂਲ ਨਹੀਂ ਚਲਾਉਣਾ ਮੈਂ, ਕਿਉਂਕਿ ਮੈਨੂੰ ਪੂਰਾ ਗਿਆਨ ਦੇਣਾ ਇਹਦੇ ਵਿੱਚ, ਮੈਂ ਇਹਦੇ ਵਿੱਚ ਪੂਰਾ ਦਾ ਪੂਰਾ ਜਿਹੜਾ ਹੈਗਾ ਜਿਸਟ ਦੇਣੀ ਹੈ। ਇਸ ਕਰਕੇ ਇਹਨੂੰ ਮੈਂ ਘਰ ਦੇ ਵਿੱਚ ਨਹੀਂ ਬੰਨ ਸਕਦਾ, ਇਸ ਪੋਇਟਰੀ ਨੂੰ, ਇਸ ਗੀਤ ਨੂੰ, ਇਸ ਬੰਦ ਨੂੰ। ਇਹ ਘਰ ਤੋਂ ਬਾਹਰ ਹੈਗਾ, ਰਹਿਆ ਹੋਇਆ ਹੈ, ਘਰ ਤੋਂ ਰਹਿ ਗਿਆ ਹੈ। ਬਾਕੀ ਸਾਰੇ ਬੰਦ ਜਿਹੜੇ ਹੈਗੇ ਉਹ ਘਰ ਜਿਹੜਾ ਹੈਗਾ ਉੱਪਰ ਲਿਖਿਆ ਹੋਇਆ ਘਰ ਦੂਜੇ ਘਰ ਦੇ ਵਿੱਚ ਹੈਗੇ, ਪਰ ਇਹ ਰਿਹਾ ਹੋਇਆ ਹੈ, ਇਹ ਘਰ ਦੇ ਵਿੱਚ ਨਹੀਂ ਹੈਗਾ। ਇਹ ਘਰ ਦਾ ਨਿਯਮ ਇਸ ਤੇ ਨਹੀਂ ਚੱਲਦਾ। ਪਰਚੇ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਦਾ ਨਾ ਹੋਈ। ਕਹਿੰਦੇ ਪਰਚ ਜਾਏਗਾ ਰਾਮ ਦੇ ਨਾਲ, ਪਰਚ ਜਾਏਗਾ ਰਾਮ ਦੇ ਨਾਲ। ਰਵੈ ਜੋ ਕੋਈ, ਜਿਹੜਾ ਵੀ ਧਿਆਨ ਸਿਮਰਨ ਕਰੇਗਾ ਰਵ ਜਾਏਗਾ ਇਹਦੇ ਵਿੱਚ, ਆਹ ਕਾਰਵਾਈ ਕਰੇਗਾ, ਕਹਿੰਦੇ ਰਾਮ ਦੇ ਨਾਲ ਪਰਚ ਜਾਏਗਾ। ਉਹਦਾ ਮਨ ਜਿਹੜਾ ਹੈਗਾ ਮੰਨ ਜਾਏਗਾ। ਪਰਚੇ ਰਾਮ ਰਵੈ ਜੋ ਕੋਈ ਵੀ, ਪਾਰਸ ਪਰਸੈ ਦੁਬਦਾ ਨਾ ਹੋਈ। ਆਹੀ ਹੈ ਪਾਰਸ ਨੂੰ ਪਰਸਣਾ ਪਿਆਰਿਆ, ਪਾਰਸ ਬਣ ਜਾਣਾ ਹੈ, ਦੁਬਦਾ ਨਹੀਂ ਰਹੇਗੀ ਫਿਰ ਤੇਰੇ ਅੰਦਰ, ਫਿਰ ਦੁਬਦਾ ਖਤਮ ਹੋ ਜਾਏਗੀ। ਦੁਬਦਾ ਨਾ ਹੋਈ,
ਫਿਰ ਦੁਬਦਾ ਨਹੀਂ ਹੋਏਗੀ। ਰਹਾਓ ਆ ਦੇਖੋ ਇੰਨਾ ਸਬਜੈਕਟ ਦਿੱਤਾ ਹੈ, ਇੰਨਾ ਜਿਹੜਾ ਹੈਗਾ ਪਹਿਲਾ ਬੰਦ ਤੇ ਆ ਰਹਾਓ ਦਾ ਬੰਦ, ਇਹਨੂੰ ਮਿਲਾ ਲਓ, ਸਾਰਾ ਦਾ ਸਾਰਾ ਜਿਸਟ ਆ ਜਾਏਗਾ ਆਪਣੇ ਕੋਲ। ਉੱਚ ਕੋਟੀ ਦਾ ਗਿਆਨ ਹੈਗਾ ਇਹਦੇ ਵਿੱਚ। ਬਾਕੀ ਜਿਹੜੇ ਦੂਸਰਾ ਤੀਸਰਾ ਚੌਥਾ ਜਿੰਨੇ ਬੰਦ ਹੈਗੇ ਇਸ ਨੂੰ ਐਕਸਪਲੇਨ ਕਰਨਗੇ, ਇਸ ਨੂੰ ਜਿਹੜਾ ਵਿਸਤਾਰ ਦੇ ਨਾਲ ਇਹ ਗੱਲ ਆਪਣੇ ਪੱਲੇ ਪਾਉਣਗੇ। ਆਹੀ ਸ਼ਬਦ ਦੀ ਬਣਤਰ ਹੈਗੀ, ਇਸ ਤਰੀ ਆ ਗੁਰਬਾਣੀ ਦੇ ਸ਼ਬਦ ਆ, ਆਹੀ ਇਹਨਾਂ ਦਾ ਭੇਤ ਹੈਗਾ। ਇਸ ਤਰੀਕੇ ਦੇ ਨਾਲ ਆਪਾਂ ਨੇ ਗਿਆਨ ਲੈਣਾ। ਇੱਥੇ ਜਿਹੜਾ ਹੈਗਾ ਪਹਿਲੇ ਬੰਦ ਜਿਹੜੇ ਪਹਿਲੇ ਨੰਬਰ ਲਿਖੇ ਹੁੰਦੇ ਆ, ਰਹਾਓ ਲਿਖਿਆ ਹੁੰਦਾ, ਇਹਨਾਂ ਨੂੰ ਬਹੁਤ ਧਿਆਨ ਦੇ ਨਾਲ ਇਹਨਾਂ ਤੇ ਸਮਾਂ ਲਗਾਉਣਾ ਹੈ ਆਪਾਂ ਨੇ। ਸੋ ਮਨ ਕੀ ਦੁਬਦਾ ਖਾਏ, ਕਹਿੰਦੇ ਉਹ ਆ ਮੌਨੀ ਭਾਈ, ਉਹ ਆ ਮੌਨੀ, ਉਹਦੇ ਅੰਦਰ ਜਿਹੜੀ ਹੈਗੀ ਆ ਮੌਨ ਆ ਜਾਏਗਾ ਪਿਆਰਿਆ। ਉਹਦਾ ਮਨ ਜਿਹੜਾ ਚੈਟਰਿੰਗ ਜਿਹੜੀ ਮਾਇਆ ਦੀ ਬੰਦ ਹੋ ਜਾਏਗੀ, ਇਹ ਮਾਇਆ ਦੇ ਵਿਚਾਰ ਬੰਦ ਹੋ ਜਾਣਗੇ, ਦੁਬਦਾ ਖਾ ਜਾਏਗਾ, ਉਹ ਡੁਅਲਟੀ ਖਤਮ ਹੋ ਜਾਏਗੀ। ਧਿਆਨ ਸਿਮਰਨ ਦੇ ਵਿੱਚ ਉਹਦਾ ਸੁਖੈਨੀ ਜਿਹੜੀ ਹੈਗੀ ਉਹਦਾ ਜਿਹੜਾ ਹੈਗਾ ਚਿੱਤ ਜਿਹੜਾ ਹੈਗਾ ਆਤਮਾ ਵੱਲ ਨੂੰ ਗਤੀ ਕਰ ਪਾਏਗਾ। ਸੋ ਮੁਨੀ ਮਨ ਕੀ ਦੁਬਦਾ ਖਾਏ, ਔਰ ਖਾਣੀ ਐਸੇ ਤਰੀਕੇ ਦੇ ਨਾਲ ਆ ਪਰਚੇ ਰਾਮ ਰਵੇ ਜੋ ਕੋਈ, ਪਾਰਸ ਪਰਸੇ ਦੁਬਦਾ ਨਾ ਹੋਈ। ਫਿਰ ਦੁਬਦਾ ਦੀ ਗੱਲ ਕਰ ਰਿਹਾ। ਦੇਖ ਮੈਂ ਉੱਪਰ ਕਿਹਾ ਸੀ ਤੈਨੂੰ, ਦੇਖ ਰਹਾਓ ਦੇ ਵਿੱਚ ਦੁਬਦਾ ਦੀ ਗੱਲ ਕੀਤੀ ਸੀ, ਹੁਣ ਆ ਦੇਖ ਲਾ ਪਿਆਰਿਆ। ਸੋ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ। ਬਸ ਫਿਰ ਸਰੀਰ ਦੀ ਪਕੜ ਤੋਂ ਆਜ਼ਾਦ ਹੈ ਭਾਈ। ਫਿਰ ਦੁਆਰੇ ਵਾਲਾ ਜਿਹੜਾ 10 ਦੁਆਰੇ ਸਰੀਰ ਦੇ ਜਿਹੜੇ ਹੈਗੇ 9 ਦੁਆਰੇ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ, ਇਹਨਾਂ ਦੀ ਪਕੜ ਤੋਂ ਆਜ਼ਾਦ ਹੈ, ਸਰੀਰ ਦੀ ਪਕੜ ਤੋਂ। ਬਿਨ ਦੁਆਰੇ ਤ੍ਰੈ ਲੋਕ ਸਮਾਏ, ਉਹ ਤਾਂ ਪਰਮਾਤਮਾ ਦਾ ਰੂਪ ਹੋ ਗਿਆ। ਤ੍ਰੈਲੋਕੀ ਦਾ ਧਰਤ ਪਤਾਲ ਆਕਾਸ਼ ਦੇ ਵਿੱਚ ਜਿਹੜਾ ਸਮਾਇਆ ਹੋਇਆ ਆ, ਉਹਦਾ ਰੂਪ ਹੋ ਗਿਆ ਭਾਈ। ਸੋ मन की दुबदा खाए, बिन द्वारे तेरा लोक समाए, मन का सुभाव सब कोई कराए। ਕਹਿੰਦੇ ਔਖਾ ਕੰਮ ਆ ਪਿਆਰਿਓ, ਬਹੁਤ ਔਖਾ ਕੰਮ ਆ। ਦੁਨੀਆ ਸਾਰੀ ਜਿਹੜੀ ਹੈਗੀ ਮਨ ਦੇ ਪਿੱਛੇ ਚੱਲਦੀ ਹੈ। ਜੋ ਮਨ ਕਹਿੰਦਾ ਹੈ, ਬਸ ਜੋ ਮਨ ਦਾ ਸੁਭਾਅ ਹੈਗਾ, ਸਾਰੇ ਕੋਈ ਆਪਣੇ ਮਨ ਦੇ ਪਿੱਛੇ ਹੀ ਚੱਲਦੇ ਆ। ਸਾਰੀ ਦੁਨੀਆ ਆਪਣੇ ਮਨ ਦੇ ਪਿੱਛੇ ਚੱਲਦੀ ਹੈ। ਮਨ ਦਾ ਸੁਭਾਅ ਸਭ ਕੋਈ ਕਰੇ। ਮਨ ਦੇ ਵਿੱਚ ਆਇਆ ਭਾਈ ਥੱਕ ਗਿਆ, ਚੱਲ ਛੱਡ ਯਾਰ, ਹੁਣ ਕੀ ਕਰਨਾ, ਲੇਟ ਜਾ, ਚੱਲ ਚੱਕ ਮੋਬਾਈਲ ਦੇਖ ਲਾ ਇੱਧਰ ਉੱਧਰ ਦੇ, ਆਹ ਸੁਣ ਲਾ ਉਹ ਸੁਣ ਲਾ, ਬਸ ਜੋ ਮਨ ਕਹਿ ਰਿਹਾ ਇੱਥੇ ਚਲੇ ਜਾ, ਅੱਜ ਇੱਥੇ ਚੱਲੀਏ, ਅੱਜ ਆਹ ਕਰੀਏ, ਅੱਜ ਉਹ ਕਰੀਏ। ਮਨ ਕਾ ਸੁਭਾਅ ਸਭ ਕੋਈ ਕਰਾ, ਕਰਤਾ ਹੋਏ ਸੋ ਅਨਭਰਾ ਹੈ। ਕਹਿੰਦੇ ਜਿਹੜਾ ਮਾਲਕ ਪਰਮਾਤਮਾ ਦਾ ਰੂਪ ਹੋ ਗਿਆ, ਬਿਨ ਦੁਆਰੇ ਤ੍ਰੈ ਲੋਕ ਸਮਾਏ, ਜਿਹੜਾ ਮਾਲਕ ਦਾ ਰੂਪ ਹੋ ਗਿਆ, ਕਰਤਾ ਜਿਹੜਾ ਉਹਦਾ ਰੂਪ ਹੋ ਗਿਆ, ਸੋ ਅਨਭੈਰਾ ਹੈ। ਕਹਿੰਦੇ ਉਹ ਤਾਂ ਬਸ ਹੋ ਗਿਆ ਪਰੇ ਮਨ ਤੋਂ, ਮਾਇਆ ਤੋਂ, ਫੁਰਨਿਆਂ ਤੋਂ, ਆਸਾ ਮਨਸਾ ਤੋਂ। ਸੋ ਅਨਭੈਰਾ ਹੈ ਉਹ, ਇਸ ਤੋਂ ਇਸ ਭੈ ਹੈ ਮਾਇਆ, ਡਰਿਆ ਇਹ ਜੂਨਾਂ ਦਾ 84 ਲੱਖ ਜੂਨਾਂ ਦਾ। ਕਹਿੰਦੇ ਇਸ ਤੋਂ ਉੱਪਰ ਉੱਠ ਜਾਂਦਾ ਹੈ, ਉਹ ਅਨਭੈ ਰਹਿ ਜਾਂਦਾ ਹੈ। ਅਨਭੈ ਮਾਲਕ ਪਰਮਾਤਮਾ ਦਾ ਰੂਪ, ਮਾਲਕ ਪਰਮਾਤਮਾ ਅਨਭੈ ਹੈ, ਉਹ ਵੀ ਅਨਭੈ ਹੋ ਜਾਂਦਾ ਹੈ। ਤੀਸਰਾ ਬੰਦ ਆ ਗਿਆ, ਫਲ ਕਾਰਨ ਫੂਲੀ ਬਨ ਰਾਏ। ਕਹਿੰਦੇ ਜਿਹੜਾ ਸਾਰਾ ਜਿਹੜਾ ਹੈਗਾ ਬਨਸਪਤੀ ਜਿਹੜੀ ਹੈਗੀ ਕਾਹਦੇ ਵਾਸਤੇ ਹੈ, ਦਰਖਤ ਬਣਾਇਆ ਆ, ਕਾਹਦੇ ਵਾਸਤੇ, ਕੀ ਪਰਪਸ ਹੈਗਾ, ਫਲ ਦੇ ਵਾਸਤੇ ਬਣਾਇਆ, ਫਲ ਦੇ ਵਾਸਤੇ, ਫੁੱਲ ਲੱਗੇ ਹੋਏ ਆ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬਿਲਾਏ। ਇਸੇ ਦੇ ਕਾਰਨ ਤਾਂ ਜਿਹੜਾ ਹੈਗਾ ਇਹ ਸਰਮਖੰਡ ਦੇ ਵਿੱਚ ਮਿਹਨਤ ਕਰਨੀ ਹੈ, ਇਸੇ ਦੇ ਕਾਰਨ, ਇਸ ਅੰਮ੍ਰਿਤ ਦੇ ਕਾਰਨ। ਇਹ ਮਾਲਕ ਪਰਮਾਤਮਾ ਦੇ ਜਿਹੜਾ ਹੈਗਾ ਇਹ ਮਾਇਆ ਨੂੰ ਜਿਹੜਾ ਹੈਗਾ, ਮਾਇਆ ਦੀ ਜਿਹੜੀ ਵਿਚਾਲੇ ਜਿਹੜਾ ਹੈਗਾ ਮਾਇਆ ਛਾਈ ਹੋਈ ਆ, ਇਸ ਨੂੰ ਕਾਰਨ ਸ਼ਰੀਰ ਨੂੰ ਨਸ਼ਟ ਕਰਨ ਦੇ ਵਾਸਤੇ। ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਾਂ ਫੂਲ ਬਿਲਾਏ। ਬਸ ਫਲ ਲੱਗ ਗਿਆ ਫਿਰ ਫੂਲ ਖਤਮ ਹੈ, ਫਿਰ ਫੁੱਲ ਦਾ ਰੋਲ ਖਤਮ ਹੋ ਗਿਆ। ਫਲ ਲੱਗ ਗਿਆ ਤੇ ਫੁੱਲ ਦਾ ਰੋਲ ਖਤਮ ਹੋ ਗਿਆ ਭਾਈ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਦੇ ਕਾਰਨ ਇਹ ਸਾਰਾ ਜਿਹੜਾ ਹੈਗਾ ਮਿਹਨਤ,
ਇਹ ਕਾਹਦੇ ਵਾਸਤੇ ਹੈ? ਗਿਆਨ ਦੇ ਕਾਰਨ, ਪ੍ਰੈਕਟੀਕਲ ਦੇ ਕਾਰਨ, ਪ੍ਰੈਕਟੀਕਲ ਕਰਨ ਦੇ ਕਾਰਨ, ਉਸ ਅੰਮ੍ਰਿਤ ਨੂੰ ਪ੍ਰਗਟ ਕਰਨ ਦੇ ਕਾਰਨ। ਗਿਆਨ ਹੈ ਕਾਰਨ, ਕਰਮ ਅਭਿਆਸ, ਅਭਿਆਸ ਤਾਂ ਕਰਨਾ ਪਊਗਾ ਭਾਈ, ਐਕਸ਼ਨ ਕਰਨੀ ਪਊਗੀ। ਗਿਆਨ ਪਿਆ ਤਬ ਤਹ ਕਰਮ ਨਾਸ਼। ਗਿਆਨ ਹੋ ਗਿਆ, ਪ੍ਰੈਕਟੀਕਲ ਹੋ ਗਿਆ, ਪ੍ਰੈਕਟੀਕਲ ਕਰ ਲਿਆ, ਤੇ ਹੁਣ ਜਿਹੜਾ ਹੈਗਾ ਬਸ ਸਾਰਾ ਦਾ ਸਾਰਾ ਕਰਮ, ਸਾਰਾ ਲੇਖਾ ਜੋਖਾ ਸਾਰਾ ਖਤਮ ਹੋ ਗਿਆ। ਹੁਣ ਬੈਕਆਊਟ ਨਹੀਂ ਹੋਏਗਾ। ਬਸ ਇੱਕ ਵਾਰੀ ਕਰਮ ਖੰਡ ਦੇ ਵਿੱਚ ਐਂਟਰੀ ਹੋ ਗਈ ਤੇ ਬੈਕਆਊਟ ਨਹੀਂ ਹੁੰਦਾ ਇਨਸਾਨ। ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਾਇਆ ਤਹ ਕਰਮ ਨਾਸ਼। ਕ੍ਰਿਤ ਕਾਰਨ, ਫਿਰ ਐਗਜ਼ਾਮਪਲ ਦੇ ਰਿਹਾ, ਕ੍ਰਿਤ ਕਾਰਨ ਦਦ ਮਥੈ ਸਿਆਣ। ਕਹਿੰਦੇ ਸਿਆਣੇ ਲੋਕ ਜਿਹੜੇ ਆ, ਦੁੱਧ ਜਿਹੜਾ ਹੈਗਾ, ਦੁੱਧ ਨੂੰ ਦਹੀਂ ਬਣਾ ਕੇ ਕਿਉਂ ਰਿੜਕਦੇ ਆ? ਕਹਿੰਦੇ ਉਹਨਾਂ ਨੂੰ ਮੱਖਣ ਘਿਓ ਚਾਹੀਦਾ ਹੈ, ਇਸ ਕਰਕੇ ਰਿੜਕਦੇ ਆ। ਜੀਵਤ ਮੁਕਤ ਸਦਾ ਨਿਰਵਾਣ। ਆ ਜੀਵਤ ਜਿਉਂਦੇ ਜੀ ਮੁਕਤੀ ਪ੍ਰਾਪਤ ਕਰਨੀ ਆ, ਔਰ ਇਹ ਮਾਇਆ ਜਿਹੜੀ ਬਾਣ ਪਾਏ ਹੋਏ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸ ਤੋਂ ਨਿਰਵਾਣ ਹੋਣਾ ਹੈ। ਜੀਵਨ ਮੁਕਤ ਜੀਵਨ ਦੇ ਵਿੱਚ ਹੀ ਹੋ ਸਕਦੇ ਆ, ਹੋਰ ਕੋਈ ਜਿਹੜਾ ਮਰਨ ਤੋਂ ਬਾਅਦ ਕਿਹਨੇ ਦੇਖਿਆ ਕਿੱਥੇ ਜਾਣਾ ਕੀ ਹੋਣਾ। ਜੀਵਨ ਮੁਕਤ ਸਦਾ ਨਿਰਵਾਣ। ਕਹਿ ਰਵਿਦਾਸ ਪਰਮ ਵੈਰਾਗ, ਹਿਰਦੇ ਰਾਮ ਕੀ ਨਾ ਜਪਸ ਅਭਾਗ। ਓਏ ਹੋਏ ਹੋਏ। ਕਹਿੰਦੇ ਹੇ ਰਵਿਦਾਸ, ਹੇ ਮੇਰੇ ਮਨਾ, ਦੇਖ ਕਿੰਨੀਆਂ ਸੋਹਣਾ ਜਿਹੜਾ ਹੈਗਾ ਮਨੁੱਖਾ ਸਰੀਰ, ਕਿੰਨਾ ਚਾਂਸ ਮਿਲਿਆ ਤੈਨੂੰ, ਇੰਨਾ ਰੇਅਰ ਚਾਂਸ ਮਿਲਿਆ। ਇਸ ਟਾਈਮ ਜਿਹੜਾ ਹੈਗਾ ਤੇਰੇ ਕੋਲ ਜਿਹੜਾ ਹੈਗਾ ਪੂਰਾ ਦਾ ਪੂਰੇ ਜਿਹੜਾ ਹੈਗਾ ਤੇਰਾ ਸਾਰੇ ਕਾਰਨ ਬਣੇ ਹੋਏ ਆ, ਸਾਰਾ ਕੁਛ ਜਿਹੜਾ ਹੈਗਾ ਤੇਰੀਆਂ ਸਾਰੀਆਂ ਕੌਡੀਆਂ ਚਿੱਤ ਸਹੀ ਬੈਠ ਰਹੀਆਂ ਇਸ ਟਾਈਮ। ਤੇਰੇ ਅੰਦਰ ਤੇਰੇ ਹਿਰਦੇ ਦੇ ਵਿੱਚ ਉਹ ਮਾਲਕ ਪਰਮਾਤਮਾ ਹੈਗਾ। ਹਿਰਦੇ ਰਾਮ ਕੀ ਨਾ ਜਪਸ ਅਪਾਗ। ਉਹ ਅਪਾਗਿਆ ਕਿਉਂ ਨਹੀਂ ਜਿਹੜਾ ਹੈਗਾ ਪ੍ਰੈਕਟੀਕਲ ਕਰ ਰਿਹਾ, ਕਿਉਂ ਨਹੀਂ ਧਿਆਨ ਸਿਮਰਨ ਕਰ ਰਿਹਾ? ਇੰਨੀ ਤਾਂ ਗੱਲ ਹੈਗੀ ਆ, ਅੰਦਰ ਤੇਰੇ ਹੈਗਾ ਆ, ਬਿਲਕੁਲ ਨਾਲ ਬੈਠਾ ਹੈ ਮਾਲਕ ਪਰਮਾਤਮਾ, ਅੰਗ ਸੰਗ ਤੇਰੇ ਹੈਗਾ, ਤੇ ਫਿਰ ਵੀ ਜਿਹੜਾ ਹੈਗਾ ਤੂੰ ਨਹੀਂ ਜਪ ਪਾ ਰਿਹਾ। ਕਹਿ ਰਵਿਦਾਸ ਪਰਮ ਵੈਰਾਗ, ਆਹੀ ਪਰਮ ਵੈਰਾਗ ਹੈ ਪਿਆਰਿਆ, ਆਹੀ ਪਰਮ ਵੈਰਾਗ ਹੈ। ਉਸ ਪਰਮਾਤਮਾ ਤੱਕ, ਪਰਮਾਤਮਾ ਨੂੰ ਪ੍ਰਗਟ ਕਰਨ ਦਾ ਆਹੀ ਚਾਂਸ ਹੈਗਾ। ਹਿਰਦੇ ਰਾਮ ਕੀ ਨਾ ਜਪਸ ਅਪਾਰ। ਕੀ ਨਾ, ਕਿਉਂ ਨਹੀਂ, ਕਿਉਂ ਨਹੀਂ, ਕਿਉਂ ਨਹੀਂ ਭਗਤੀ ਕਰ ਰਿਹਾ? ਦੱਸ। ਵੀਰ ਜੀ ਇੱਕ ਮਿੰਟ ਲਈ ਅਰਜ਼ ਕਰ ਸਕਦਾ? ਹਾਂਜੀ ਹਾਂਜੀ ਬੋਲੋ ਵੀਰ ਜੀ। ਬੋਲੋ ਜੀ। ਇੱਕ ਮਿੰਟ ਜੀ, ਇੱਕ ਮਿੰਟ। ਹਾਂਜੀ ਹਾਂਜੀ। ਇਹ ਵੀਰ ਜੀ ਬੇਨਤੀ ਇਹ ਸੀਗੀ, ਇੱਕ ਵਾਰੀ ਤੁਹਾਡੇ ਨਾਲ ਇਹ ਗੱਲ ਹੋਈ ਸੀਗੀ ਕਿ ਗੁਰਬਾਣੀ ਦੇ ਵਿੱਚ ਨਾ ਜੀ ਜਿਸ ਤਰ੍ਹਾਂ ਇਹ ਸਾਰੇ ਧਰਮਾਂ ਦੀ ਜ਼ਿਕਰ ਕੀਤਾ ਜਾਂਦਾ ਹੈ, ਇਸੇ ਤਰੀਕੇ ਨਾਲ ਇਹ ਹਿੰਦੂ ਧਰਮ ਦੇ ਵਿੱਚ ਨਾ ਜਿਸ ਤਰ੍ਹਾਂ ਗੁਰੂ ਬਾਬਾ ਰਹਿਮਤ ਕਰ ਰਹੇ ਨੇ, ਇਹ ਵੀ ਯਾਤਰਾ ਜਿਹੜੀ ਹੈਗੀ ਹੈ ਧਰਮ ਖੰਡ, ਗਿਆਨ ਖੰਡ, ਸ਼ਰਮ ਖੰਡ, ਇਸ ਤਰ੍ਹਾਂ ਚੱਲ ਕੇ ਸੱਚਖੰਡ ਵਸੇ ਨਿਰੰਕਾਰ। ਇਸੇ ਤਰੀਕੇ ਨਾਲ ਹਿੰਦੂ ਧਰਮ ਦੇ ਵਿੱਚ ਨਾ ਜੀ ਜਿਹੜਾ ਹੈ ਉਹ ਵੀ ਇਹੀ ਗੱਲ ਕਰਦੇ ਆ ਕਿ ਪਹਿਲਾਂ ਜਿਹੜਾ ਹੈਗਾ ਯਾਤਰਾ ਸ਼ੁਰੂ ਕਰਨੀ ਆ ਕਰਮ ਕਾਂਡ ਤੋਂ। ਜਿਸ ਤਰ੍ਹਾਂ ਇੱਧਰ ਧਰਮ ਖੰਡ ਦੀ ਬਾਬਾ ਜੀ ਗੱਲ ਕਰਦੇ ਆ, ਤੇ ਕਰਮ ਕਰਨਾ ਹੈਗਾ ਆ ਕਰਮ ਕਾਂਡ ਦੇ ਵਿੱਚ, ਵੀ ਜਿਸ ਵੇਲੇ ਯਾਤਰਾ ਜਿਹੜੀ ਧਰਮ ਖੰਡ ਵਾਂਗੂ ਸ਼ੁਰੂ ਕਰ ਦੇਣੀ ਹੈਗੀ, ਚੱਲ ਪੈਣਾ ਮਾਰਗ ਦੇ ਉੱਤੇ। ਫਿਰ ਉਪਾਸਨਾ ਕਾਂਡ, ਇਹ ਮੰਜ਼ਿਲ ਜਿਹੜੀ ਹੈਗੀ ਆ ਹਿੰਦੂ ਧਰਮ ਦੇ ਵਿੱਚ ਕਹਿੰਦੇ ਆ ਗਿਆਨ ਕਾਂਡ, ਵੀ ਜਿਸ ਵੇਲੇ ਰੱਬ ਨੂੰ ਪ੍ਰਾਪਤੀ ਹੋ ਗਈ। ਹਾਂ, ਗਿਆਨ ਮਤਲਬ ਪ੍ਰੈਕਟੀਕਲ ਬਣ ਗਿਆ, ਆਪਣਾ ਗਿਆਨ ਆ ਗਿਆ। ਹਾਂ, ਉਹ ਮਤਲਬ ਰੱਬ ਦੇ ਵਿੱਚ ਲੀਨ ਜਿਹੜੀ ਨਾ ਜੀ ਸੱਚਖੰਡ ਵਸੇ ਨਿਰੰਕਾਰ ਵਾਲੀ, ਇਹ ਮੈਂ ਰੀਕਲੈਕਟ ਨਹੀਂ ਕਰ ਰਿਹਾ, ਗੁਰਬਾਣੀ ਦੇ ਵਿੱਚ ਨਾ ਜੀ ਹੋਰ ਜਗ੍ਹਾ ਵੀ ਇਹ ਸ਼ਬਦ ਆਉਂਦੇ ਆ। ਤੁਹਾਡੀ ਆਵਾਜ਼ ਹੈਗੇ ਗਿਆਨ ਦੀ ਜਿਸ ਵੇਲੇ ਕੀਤੀ, ਗਿਆਨ ਦਾ ਮਤਲਬ ਮੰਜ਼ਿਲ ਤੇ ਪਹੁੰਚ ਗਿਆ। ਹਾਂਜੀ, ਗਿਆਨ ਪ੍ਰੈਕਟੀਕਲ ਹੋ ਗਿਆ, ਆਪਣਾ ਗਿਆਨ ਹੋ ਗਿਆ। ਹਾਂਜੀ, ਗਿਆਨ ਦਾ ਮਤਲਬ, ਹਾਂ ਮਤਲਬ
ਜਿੱਦਾਂ ਕਹਿੰਦੇ ਨਾ ਜੀ, ਇਹ ਫਲ ਕਾਰਨ ਫੁੱਲੀ ਬਨ ਰਹਾ ਹੈ। ਮਤਲਬ ਕਰਮ ਕਾਂਡ ਦੇ ਵਿੱਚ ਸ਼ੁਰੂ ਹੋ ਗਏ ਜਿਹੜੇ ਹੈਗੇ ਆ, ਫਲ ਲੱਗਾ ਤਬ ਫੂਲ ਬਿਲਾਏ, ਫਲ ਲੱਗਾ ਫੁੱਲ ਖਤਮ ਹੋ ਫੁੱਲ ਜਿਹੜਾ ਹੈਗਾ ਉਹ ਕਰਮ ਕਾਂਡ ਜਿਹੜਾ ਹੈ ਉਹ ਖਤਮ ਹੋ ਗਿਆ। ਬਿਲਕੁਲ ਐਕਸ਼ਨ ਖਤਮ ਹੋ ਗਈ, ਜੋ ਆਪਾਂ ਐਕਸ਼ਨ ਧਿਆਨ ਸਿਮਰਨ ਕਰ ਰਹੇ ਇਹਦੀ ਗੱਲ ਕਰ ਰਹੇ। ਹਾਂਜੀ ਬਿਲਕੁਲ। ਇਹ ਸਾਰਾ ਕੁਝ ਕਾਹਦੇ ਵਾਸਤੇ ਕੀਤਾ ਗਿਆ ਹੈ? ਭਗਤ ਜੀ ਕਹਿੰਦੇ ਗਿਆਨੇ ਕਾਰਨ ਕਰਮ ਅਭਿਆਸ, ਇਹ ਗਿਆਨ ਨੂੰ ਪ੍ਰਾਪਤ ਕਰਨ ਵਾਸਤੇ, ਇਹ ਮੰਜ਼ਿਲ ਦੇ ਉੱਤੇ ਅਚਖੰਡ ਬਸੇ ਨਿਰੰਕਾਰ ਦੇ ਵਿੱਚ ਪਹੁੰਚਣ ਵਾਸਤੇ ਹੀ ਇਹ ਯਤਨ ਕੀਤਾ ਗਿਆ। ਗਿਆਨ ਪਿਆ ਤੈ ਕਰਮੇ ਨਾਸ, ਇਸ ਲਈ ਉਹ ਮੰਜ਼ਿਲ ਤੇ ਪਹੁੰਚ ਗਿਆ, ਮਾਲਕ ਦੇ ਵਿੱਚ ਅਭਿੰਨਤਾ ਹੋ ਗਈ। ਉਸ ਵੇਲੇ ਇਹ ਜਿਹੜਾ ਪਿਛਲਾ ਸਾਰਾ ਹੈਗਾ ਹੈ ਉਹ ਖਤਮ ਹੋ ਗਿਆ। ਬਿਲਕੁਲ ਠੀਕ, ਹੁਣ ਜ਼ਰੂਰਤ ਨਹੀਂ ਰਹੀ। ਹਾਂਜੀ ਹਾਂਜੀ ਬਿਲਕੁਲ ਠੀਕ ਹੈ ਜੀ। ਉਹ ਵੀਰ ਜੀ ਜਿਹੜਾ ਤੁਸੀਂ ਕਰਮ ਕਾਂਡ ਕਹਿੰਦੇ ਹੋ ਨਾਸ ਹੋ ਗਿਆ, ਮਤਲਬ ਗੁਰਮਤਿ ਨਾਸ ਹੋ ਗਈ। ਨਹੀਂ ਨਹੀਂ ਨਹੀਂ, ਉਹ ਕਰਮ ਕਾਂਡ ਦੀ ਨਹੀਂ ਗੱਲ ਕਰ ਰਹੇ ਜੀ। ਉਹ ਕਰਮ ਜਿਹੜਾ ਹੈਗਾ, ਇੱਕ ਸੈਕਿੰਡ ਜੀ, ਕੋਈ ਨਾ ਕਿਸੇ ਦਾ ਮੋਬਾਈਲ, ਰੇਸ਼ਮ ਜੀ ਤੁਹਾਡਾ ਨਾ ਇਹ, ਹਾਂ ਹੁਣ ਠੀਕ ਹੈ, ਕਿਉਂਕਿ ਤੁਹਾਡਾ ਸ਼ੋਰ ਹੱਥਾਂ ਦੇ ਨਾਲ ਬਹੁਤ ਆ ਰਿਹਾ ਸੀ। ਇਹ ਜਿਹੜਾ ਹੈਗਾ, ਇਹ ਕਰਮ ਜਿਹੜਾ ਹੈਗਾ, ਇਹ ਕਰਮ ਜਿਹੜਾ ਹੈਗਾ ਧਿਆਨ ਸਿਮਰਨ ਨੂੰ ਕਹਿ ਰਹੇ ਆ ਕਰਮ। ਇਹ ਉਸ ਕਰਮ ਕਾਂਡ ਦੀ ਗੱਲ ਨਹੀਂ ਕਰ ਰਹੇ। ਕਰਮ ਜਿਹੜਾ ਐਕਸ਼ਨ ਜਿਹੜੀ ਹੈਗੀ ਤੁਹਾਡੀ ਜਿਹੜੀ ਹੈਗੀ ਉਹ ਸਰਮ ਕਾਂਡ ਦੀ ਮਿਹਨਤ ਹੈ, ਉਸ ਨੂੰ ਕਹਿ ਰਹੇ ਆ ਵੀਰ ਜੀ। ਬਸ ਇੰਨਾ ਕੀ ਫਰਕ ਹੈ। ਅੱਛਾ ਹੁਣ ਆਪਾਂ ਵਾਪਸ ਚੱਲੀਏ ਆਪਣੀ ਜਗ੍ਹਾ ਤੇ। 36ਵਾਂ ਅੰਕ ਹੋ ਗਿਆ ਸੀਗਾ, ਤਿੱਥੇ ਘੜੀਏ ਸੁਰਤ। ਹਾਂਜੀ ਹਾਂਜੀ, ਜਿਹੜੇ ਕਹਿੰਦੇ ਕਰਮ ਕਾਂਡ ਮਤਲਬ ਐਕਸ਼ਨ ਨੂੰ ਕਹਿੰਦੇ, ਜਿੱਦਾਂ ਮਤਲਬ ਹਿੰਦੂ ਧਰਮ ਦੇ ਵਿੱਚ ਤੀਰਥਾਂ ਦੇ ਦਰਸ਼ਨ ਕਰਨੇ, ਮਤਲਬ ਵੀਰ ਜੀ ਉਹ ਚੀਜ਼ਾਂ ਨਹੀਂ 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 ਨਹੀਂ, ਉਹ ਚੀਜ਼ ਤੁਸੀਂ ਉਹਦੇ ਵਿੱਚ ਮਤ ਲਿੰਕ ਕਰੋ। ਇਹ ਜਿਹੜਾ ਹੈਗਾ ਐਕਸ਼ਨ ਜਿਹੜੀ ਹੈਗੀ ਆ ਆਪਣੇ ਅੰਦਰ ਵੜਨ ਵਾਲੀ ਐਕਸ਼ਨ ਦੀ ਗੱਲ ਹੋ ਰਹੀ ਹੈ, ਧਿਆਨ ਸਿਮਰਨ ਦੀ ਗੱਲ ਹੋ ਰਹੀ ਹੈ, ਉਸ ਕਰਮ ਦੀ ਗੱਲ ਹੋ ਰਹੀ ਹੈ। ਕਰਮ ਕਾਂਡ ਉਪਾਸਨਾ, ਉਹ ਕਰਮ ਕਾਂਡ ਦੀ ਅਲੱਗ ਚੀਜ਼ ਹੈ। ਉਹ ਕਰਮ ਕਾਂਡ ਜਿਹੜਾ ਉਹ ਤਾਂ ਆਪਾਂ ਜਿਹੜੇ ਹੈਗੇ ਉਹ ਰਸਤਾ ਕਿਤੇ ਹੋਰ ਹੈਗਾ ਤੇ ਆਪਾਂ ਡਰਾਈਵ ਗੱਡੀ ਕਿਤੇ ਹੋਰ ਕਰ ਰਹੇ, ਉਹਦੀ ਗੱਲ ਹੈ। ਉਹ ਤਾਂ ਫਿਰ ਉਲਝਾਉਣ ਵਾਲੀ ਗੱਲ ਹੋ ਜਾਏਗੀ ਨਾ। ਚਲੋ ਚਲੋ ਠੀਕ ਹੈ ਜੀ। ਹਾਂ 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 ਹਾਂਜੀ ਹਾਂਜੀ, ਇਹ ਸਾਰੀ ਆਪਾਂ ਸੀਗੇ ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿੱਧਾਂ ਕੀ ਸੁਧ। ਆਹ ਸਾਰੀ ਜਿਹੜੀ ਹੈਗੀ ਆਹ ਕਰਮ ਦੀ ਗੱਲ ਕਰ ਰਹੇ ਭਾਈ। ਘੜਨਾ ਜਿਹੜਾ ਹੈਗਾ ਇਹ ਸਰਮਖੰਡ ਦੇ ਵਿੱਚ ਮਿਹਨਤ ਕਰਨੀ ਜਿਹੜੀ ਹੈਗੀ ਚਿਰੰਜੀਵ ਜੀ, ਐਸ ਦੀ ਗੱਲ ਹੋ ਰਹੀ ਹੈ ਭਾਈ। ਆਇਆ ਮੈਂ ਜਿੱਥੇ ਆਪਣੀਆਂ ਜਿਹੜੀਆਂ ਹੈਗੀਆਂ ਸੁਰਤ ਮਤ ਮਨ ਬੁੱਧ ਇਹ ਚੀਜ਼ਾਂ ਘੜੀਆਂ ਜਾਂਦੀਆਂ ਹੈ। ਸਰਮਖੰਡ ਕੀ ਬਾਣੀ ਰੂਪ ਤਿੱਥੇ ਘਾੜਤ ਘੜੀਏ ਬਹੁਤ ਅਨੂਪ। ਘਾੜਤ ਘੜਨੀ ਪੈਣੀ ਹੈ ਭਾਈ, ਪ੍ਰੈਕਟੀਕਲ ਕਰਨਾ ਪਊਗਾ। ਜੋ ਗੁਰੂ ਦਾ ਗਿਆਨ, ਜੋ ਗੁਰੂ ਦੀ ਮੱਤ ਲਈ ਹੈ, ਜੋ ਗੁਰੂ ਨੇ ਆਪਾਂ ਨੂੰ ਆਪਣੇ ਅੰਦਰ ਜਿਹੜੀ ਹੈਗੀ ਆ ਆਪਣੇ ਮਨ ਨੂੰ ਦ੍ਰਵਿਤ ਕੀਤਾ ਆ, ਜੋ ਗੁਰੂ ਨੇ ਲਾਈਟ ਦਿਖਾਈ ਹੈ, ਜੇ ਗੁਰੂ ਦੀ ਜਿਹੜੀ ਹੈਗੀ ਇਹ GPS ਜਿਹੜਾ ਹੈਗਾ ਇਹ ਸਰਚ ਲਾਈਟ ਜਿਹਨੇ ਰਸਤਾ ਦਿਖਾਇਆ ਵੀ ਆਹ ਰਸਤਾ ਤਾਂ ਤੇਰੇ ਅੰਦਰ ਜਾਣ ਵਾਲਾ ਸੀਗਾ, ਪ੍ਰੈਕਟੀਕਲ ਤਾਂ ਤੂੰ ਜਿਹੜਾ ਹੈ ਆਹ ਪ੍ਰੈਕਟੀਕਲ ਕਰਨਾ ਸੀਗਾ, ਇਹ ਧਿਆਨ ਸਿਮਰਨ ਕਰਨਾ ਸੀ, ਸੁੰਨ ਸਮਾਧ ਲਗਾਉਣੀ ਸੀਗੀ, ਵਿਚਾਰਾਂ ਦੇ ਉੱਤੇ ਵਿਚਾਰਾਂ ਨੂੰ ਦੇਖਣਾ ਸੀ ਆਪਣੇ ਅੰਦਰ। ਇਹ ਸੁੰਨ ਸਮਾਧੀ ਜਿਹੜੀ ਹੈ ਇਹ ਧਿਆਨ ਸਿਮਰਨ ਜਿਹੜਾ ਹੈਗਾ ਇਹ ਇਹ ਇਮੀਡੀਏਟਲੀ ਜੇ ਕਹੋ ਵੀ ਇਮੀਡੀਏਟਲੀ ਜਿਹੜਾ ਹੈਗਾ ਮੇਰੇ ਵਿਚਾਰ ਬੰਦ ਹੋ ਜਾਣਗੇ, ਮੇਰੀ ਸੁੰਨ ਸਮਾਧੀ ਲੱਗ ਜਾਏਗੀ, ਨਹੀਂ 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 ਭਾਈ। ਆਪਣੇ ਅੰਦਰ ਵੜ ਕੇ ਜਿਹੜਾ ਹੈਗਾ ਆਪਣੇ ਪਟਲ ਨੂੰ ਦੇਖਣਾ ਹੈਗਾ, ਆਪਣੇ ਚਿੱਤ ਨੂੰ ਦੇਖਣਾ ਆ, ਚਿੱਤ ਦੇ ਉੱਤੇ ਕੀ ਵਿਚਾਰ ਆ ਰਹੇ ਆ, ਉਹ ਹੈਗਾ ਆਪਣਾ ਅਸਲੀ ਰੂਪ। ਔਰ ਉਹਨਾਂ ਨੂੰ ਦੇਖਿਆ, ਵਿਚਾਰਾਂ ਨੂੰ ਦੇਖ ਕੇ ਉਹ ਆਪਾਂ ਹੈਗੇ ਆ। ਔਰ ਇਹ ਜਿਹੜਾ ਹੈਗਾ ਉਹਨਾਂ ਵਿਚਾਰਾਂ ਨੂੰ ਆਟੋਮੈਟਿਕਲੀ ਆਪਾਂ ਨੇ ਉਹਨਾਂ ਦੇ ਨਾਲ ਖਹਿਣਾ ਨਹੀਂ ਹੈ, ਨਾ ਉਹਨਾਂ ਨੂੰ ਮਾੜਾ ਕਹਿਣਾ ਹੈ। ਜੋ ਵੀ ਕੁਛ ਆ ਰਿਹਾ ਹੈ ਉਹ ਆਪਣਾ ਅਸਲ ਫੀਲ ਜੋ ਆਪਣੇ ਅੰਦਰ ਜਿਹੜੀ ਹੈਗੀ ਆਪਣਾ ਗਾਰਬੇਜ ਜਿਹੜਾ ਹੈਗਾ ਉਹ ਆਪਣੇ ਪ੍ਰਗਟ ਹੋ ਰਿਹਾ ਹੈ। ਉੱਥੋਂ ਆ ਰਹੇ ਵਿਚਾਰ, ਜਨਮਾਂ ਜਨਮਾਂ ਦੀ ਜਿਹੜੀ ਮੈਲ ਲੱਗੀ ਹੋਈ ਹੈ, ਉਹ ਪਤੰਗਾਂ ਆ ਰਹੀਆਂ ਹੈ ਪਟਲ ਦੇ ਉੱਤੇ, ਉਹਨਾਂ ਨੂੰ ਜਾਣ ਦਿਓ ਬਸ। ਨਾ ਉਹਨਾਂ ਦੇ ਨਾਲ ਖਾਓ ਤੇ ਨਾ ਉਹਨਾਂ ਦੇ ਨਾਲ ਬਹੁ। ਦੋਨੋਂ ਪਾਸੇ ਜਿਹੜਾ ਜੇ ਉਹਨਾਂ ਨੂੰ ਵੀ ਆਹ ਬੜਾ ਮਾੜਾ ਵਿਚਾਰ ਹੈ ਇਸ ਟਾਈਮ ਮੈਂ ਇਸ ਤਰ੍ਹਾਂ ਆਪਣੇ ਆਪ ਨੂੰ ਕੋਸਣ ਲੱਗ ਗਏ, ਉਹ ਵਿਚਾਰ ਦੇ ਨਾਲ ਉਲਝ ਗਏ, ਵਾਪਸ ਫਿਰ ਚਲੇ ਗਏ ਵਿਚਾਰ ਦੇ ਵਿੱਚ। ਤੇ ਜੇ ਆਪਾਂ ਜਿਹੜੇ ਹੈਗੇ ਉਹਦੇ ਨਾਲ ਉਹੀ ਜਿਹੜਾ ਹੈਗਾ ਕੋਈ ਵਿਚਾਰ ਮੋਹ ਦਾ ਅਟੈਚਮੈਂਟ ਦਾ ਕੋਈ ਵਿਚਾਰ ਆਇਆ ਔਰ ਉਹਦੇ ਨਾਲ ਫਸ ਗਏ ਆ, ਤੇ ਫਿਰ ਜਿਹੜਾ ਹੈਗਾ ਫਿਰ ਆਪਾਂ ਜਿਹੜੇ ਹੈਗੇ ਫਿਰ ਡਿਸਟਰਕਸ਼ਨ ਦੋਨੋਂ ਪਾਸੇ ਹੈਗਾ ਆਪਣਾ। ਇਸ ਕਰਕੇ ਜੇ ਜੀ ਆ ਰਹੀ ਆ ਪਤੰਗ, ਬਸ ਦੇਖ ਲਈ ਆਪਣੇ ਆਪ ਚਲੀ ਜਾਏਗੀ। ਬਸ ਉਹ ਮਾਲਕ ਉਸ
ਉਹ ਸੁਨਤ ਦਾ ਸ਼ਬਦ ਜਿਹੜਾ ਉਹਦੇ ਨਾਲ ਆਪਣੇ ਆਪ ਨੂੰ ਜਿਹੜਾ ਲੀਨ ਕਰ ਲਓ ਔਰ ਉਹਦੇ ਵੱਲੋਂ ਸੇ ਹੌਲੀ ਹੌਲੀ ਜਿਹੜਾ ਹੈਗਾ ਹੌਲੀ ਹੌਲੀ ਬਹੁਤ ਜਿਹੜਾ ਮਿਹਨਤ ਕਰਨੀ ਪਏਗੀ। ਆਪਾਂ ਨੂੰ ਨਹੀਂ ਪਤਾ ਲੱਗੇਗਾ, ਡੇ ਬਾਈ ਡੇ ਜਿਹੜਾ ਹੈਗਾ ਉਹ ਜਿਹੜਾ ਨਹੀਂ ਸੁਣਦਾ ਜਿਹੜਾ ਹੈਗਾ ਉਹ ਸ਼ਬਦ ਸੁਣਦਾ, ਉਹ ਸੁਣ ਲੱਗ ਜਾਏਗਾ ਔਰ ਆਪਣੀ ਸੁਰਤ ਜਿਹੜੀ ਹੈਗੀ ਆ ਉਹਦੇ ਵਿੱਚ ਲੀਨ ਹੋਣੀ ਸ਼ੁਰੂ ਹੋ ਜਾਏਗੀ ਔਰ ਇਹ ਵਿਚਾਰ ਜਿਹੜੇ ਹੈ ਆਟੋਮੈਟਿਕਲੀ ਘਟਨੇ ਸ਼ੁਰੂ ਹੋ ਜਾਣਗੇ। ਔਰ ਇਹਨੂੰ ਕਹਿੰਦੇ ਆ ਸਹਿਜ ਸਮਾਧੀ। ਇਸ ਤਾਂ ਬਹੁਤ ਇਹ ਤਾਂ ਸਟਾਰਟ ਹੈਗੀ, ਸਮਾਧੀ ਤਾਂ ਅੱਗੇ ਜਾ ਕੇ ਜਿਹੜਾ ਹੈਗਾ ਫਲ ਹੈਗਾ ਉਹ ਆਪੇ ਮਿਲ ਜਾਣਾ ਹੈ। ਆਪਾਂ ਨੇ ਪਾਈ, ਆਪਾਂ ਨੇ ਤਾਂ ਮਾਲਕ ਦੀ ਵਜਾਉਣੀ ਆ, ਜੋ ਗਿਆਨ ਕਹਿ ਰਿਹਾ, ਜੋ ਆਪਣਾ ਗੁਰੂ ਕਹਿ ਰਿਹਾ ਆ, ਆਪਾਂ ਨੇ ਉਹ ਕੰਮ ਕਰਨਾ ਆ। ਅੱਗੇ ਜਿਹੜਾ ਹੈਗਾ ਮਾਲਕ ਜਾਣਦਾ ਹੈ, ਗੁਰੂ ਜਾਣਦਾ ਹੈ ਭਾਈ। ਇਸ ਤੋਂ ਅੱਗੇ 37ਵਾਂ ਅੰਕ ਕਰਮਖੰਡ ਆ ਗਿਆ। ਇੱਥੇ ਤੱਕ ਜਿਹੜੇ ਹੈਗੇ ਸਰਮਖੰਡ ਤੱਕ ਜਿਹੜਾ ਹੈਗਾ ਬੈਕ ਆਊਟ ਮਾਇਆ ਦੇ ਵਿੱਚ ਬੈਕ ਫੋਰਥ ਚੱਲਦੀ ਹੈ ਕਾਰਵਾਈ। ਹੁਣ ਜਿਹੜਾ ਹੈਗਾ ਕਰਮਖੰਡ ਦੇ ਵਿੱਚ ਇੱਕ ਵਾਰੀ ਬਖਸ਼ਿਸ਼ ਹੋ ਗਈ ਤੇ ਫਿਰ ਜਿਹੜਾ ਹੈਗਾ ਬੈਕ ਆਊਟ ਨਹੀਂ ਹੁੰਦਾ ਭਾਈ। ਹਾਂ, ਕਿਸੇ ਦਾ ਨਾ ਮੋਬਾਈਲ ਜਿਹੜਾ ਹੈਗਾ, ਕੋਈ ਕਿਸੇ ਦਾ ਮਾਈਕ ਜਿਹੜਾ ਹੈਗਾ ਖੁੱਲਾ ਹੈਗਾ ਜੀ, ਪਲੀਜ਼ ਮਾਈਕ ਬੰਦ ਕਰ ਦੇਣਾ। ਇਹ ਸ਼ਾਇਦ ਇੱਕ ਸੈਕਿੰਡ। ਹਾਂਜੀ ਆ ਦੇਖੋ, ਹਾਂ ਹੈਪੀ ਸਿੰਘ, ਹਾਂਜੀ ਬੋਲੋ। ਹਾਂਜੀ ਬਾਈ ਜੀ, ਇੱਕ ਕੁਐਸਚਨ ਸੀਗਾ ਹੋਰ, ਇੱਕ ਜਿਹੜਾ ਇਹ ਜਪਜੀ ਸਾਹਿਬ ਦੇ ਵਿੱਚ ਆਉਂਦਾ ਹੈਗਾ ਆ ਕਰਮ ਸੌਰੀ ਜਿਹੜੀ ਸੱਚਖੰਡ ਤੋਂ ਪਹਿਲੀ ਪੌੜੀ ਆਉਂਦੀ ਹੈਗੀ ਆ। ਹਾਂਜੀ ਆਹੀ ਹੈਗੀ ਵੀਰ ਜੀ, ਇਹੀ ਹੈਗੀ, ਆਪਾਂ ਲੈ ਰਹੇ ਹਾਂ, ਇਹੀ ਲੈ ਰਹੇ ਹਾਂ। ਇਹਦੇ ਵਿੱਚ ਦੋਨਾਂ ਦੇ ਵਿੱਚ ਬਾਈ ਜੀ ਪੌੜੀ ਨਹੀਂ ਹੈਗੀ ਹੈ ਨਾ ਇੱਕ। ਮੈਂ ਦੱਸ ਰਿਹਾ, ਆਪਾਂ ਆ ਰਹੇ ਹਾਂ ਉਸੇ ਜਗ੍ਹਾ ਤੇ ਆ ਰਹੇ ਹਾਂ, ਪਲੀਜ਼। ਹਾਂਜੀ, ਇਹਦਾ ਦੱਸਣਾ ਕਿ ਮਤਲਬ ਇਹਦੇ ਵਿੱਚ ਪੌੜੀ ਕਾਤੇ ਨਹੀਂ ਹੈਗੀ, ਆਈ ਡੋਨਟ ਨੋ, ਮੈਨੂੰ ਨਹੀਂ ਪਤਾ ਹੈਗਾ। ਨਹੀਂ ਸੁਣੋ ਪਲੀਜ਼, ਇਹ ਨਾ ਐਕਚੁਅਲੀ ਜਿਹੜੀਆਂ ਪੌੜੀਆਂ ਹੁੰਦੀਆਂ ਨਾ, ਪੌੜੀਆਂ ਵਾਰ ਦੀਆਂ ਹੁੰਦੀਆਂ। ਪਹਿਲੀ ਗੱਲ ਤਾਂ ਇਹ ਜਪ ਬਾਣੀ ਹੈਗੀ, ਇਹਦੇ ਵਿੱਚ ਪੌੜੀਆਂ ਨਹੀਂ ਹੈਗੀਆਂ, ਇਹਦੇ ਵਿੱਚ ਅੰਕ ਨੰਬਰ ਨਹੀਂ ਪਾਏ ਹੈਗੇ। ਨਹੀਂ ਸੁਣ, 1 ਤੋਂ 12 2 3 4 ਇਦਾਂ ਕਰਕੇ ਨਾ। ਤੁਸੀਂ ਇੱਕ ਮਿੰਟ ਪਲੀਜ਼ ਸੁਣੋ, ਮੈਂ ਸਾਰੀ ਤੁਹਾਡੀ ਗੱਲ ਕਰ ਰਿਹਾ, ਜੋ ਤੁਸੀਂ ਬੋਲ ਰਹੇ ਹੋ, ਜੋ ਤੁਹਾਡੇ ਅੰਦਰ ਹੈ ਉਸੇ ਨੂੰ ਮੈਂ ਖੋਲ ਰਿਹਾ। ਇਹ ਜਿਹੜੀ ਹੈਗੀ ਇਹਦੇ ਵਿੱਚ ਜਿਹੜੇ ਨੰਬਰ ਪਾਏ ਹੋਏ ਆ, ਇਹ ਅੰਕ ਕਹਿੰਦੇ ਆ ਨੰਬਰਾਂ ਨੂੰ। ਅੰਕ ਮਤਲਬ ਹਿੰਦੀ ਦੇ ਵਿੱਚ ਇਹਨੂੰ ਅੰਕ ਕਹਿੰਦੇ ਆ, ਅੰਕ ਗਣਿਤ ਨਹੀਂ ਕਹਿੰਦੇ ਆਪਾਂ, ਅੰਕ ਗਣਿਤ। ਇਹ ਨੰਬਰ ਜਿਹੜੇ ਹੈਗੇ ਇਹਦੇ ਨੰਬਰ ਹੈਗੇ, ਇਹ ਪੌੜੀਆਂ ਨਹੀਂ ਹੈਗੀਆਂ, ਵਾਰ ਦੀਆਂ ਪੌੜੀਆਂ ਹੁੰਦੀਆਂ। ਇਹ ਇਹਨਾਂ ਦੇ ਅੰਕ ਹੈਗੇ, ਜਪ ਬਾਣੀ ਦੇ ਅੰਕ ਹੈਗੇ, 1 2 3 4 ਇਸ ਤਰ੍ਹਾਂ ਅੰਕ ਹੈਗੇ। ਹੁਣ ਆਪਾਂ ਜਿਹੜੇ ਲੈ ਰਹੇ ਹਾਂ, ਆਪਾਂ ਇਹ 37ਵਾਂ ਅੰਕ ਲੈ ਰਹੇ ਹਾਂ ਔਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਲਿਆ ਸੀਗਾ ਤੇ 35ਵਾਂ ਅੰਕ 36ਵਾਂ ਅੰਕ ਲਿਆ ਸੀਗਾ। ਇਹ 36ਵਾਂ ਅੰਕ ਲੈ ਰਹੇ ਹਾਂ, ਇਸ ਤੋਂ ਬਾਅਦ ਹੁਣ ਆਪਾਂ 37ਵਾਂ ਲੈ ਰਹੇ ਹਾਂ। ਤੇ 37ਵਾਂ ਜਿਹੜਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਹੈਗੇ ਮਹਾਰਾਜ ਗੱਲ ਕਰ ਰਹੇ ਆ ਕਰਮਖੰਡ ਕੀ ਬਾਣੀ ਜੋਰ। ਕਰਮਖੰਡ ਕੀ ਬਾਣੀ ਜੋਰ, ਕਰਮਖੰਡ ਦੀ ਗੱਲ ਹੋ ਰਹੀ ਆ, ਬਖਸ਼ਿਸ਼ ਦਾ ਖੰਡ ਹੈਗਾ ਕਰਮ, ਬਖਸ਼ਿਸ਼ ਹੋ ਗਈ। ਹੁਣ ਜਿਹੜੀ ਆਪਾਂ ਨੇ ਸਰਮਖੰਡ ਜਿਹੜੀ ਮਿਹਨਤ ਕਰ ਰਹੇ ਸੀਗਾ, ਜਿਹੜਾ ਅਭਿਆਸੀ ਜਿਹੜਾ ਹੈਗਾ ਮਿਹਨਤ ਕਰ ਰਿਹਾ ਸੀ, ਹੁਣ ਉਹਦੇ ਫਲ ਲੱਗ ਗਿਆ, ਜਿਹੜੇ ਫੁੱਲ ਆਏ ਸੀਗੇ ਹੁਣ ਫਲ ਆ ਗਿਆ। ਕਰਮਖੰਡ ਕੀ ਬਾਣੀ ਜ਼ੋਰ, ਜ਼ੋਰ ਦਾ ਮਤਲਬ ਜਿਹੜਾ ਤਾਕਤ ਨਹੀਂ ਹੈਗਾ ਭਾਈ। ਫਿਰ ਬਾਰ ਅਸੀਂ ਕਹਿ ਰਹੇ ਭਾਈ, ਕੋਈ ਜਨ ਹਰਸਿਓ ਦੇਵੈ ਜ਼ੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ ਦੀਜੈ ਪ੍ਰਾਣ ਅਖੋਰ। ਕੱਲ ਅਸੀਂ ਜਿਹੜਾ ਹੈਗਾ ਕੱਲ ਵਾਲਾ ਲਿੰਕ ਕਰ ਲੈਣਾ, ਕੱਲ ਦਾ ਐਪੀਸੋਡ ਜਿਹੜਾ ਹੈਗਾ ਉਹਦੇ ਵਿੱਚ ਜ਼ੋਰ ਵਰਡ ਦੇ ਉੱਤੇ ਅਸੀਂ ਤਕਰੀਬਨ 1 ਘੰਟਾ ਲਗਾਇਆ ਸੀਗਾ। ਜ਼ੋਰ ਦਾ ਮਤਲਬ ਹੈ ਜੁੜਨਾ, ਹਰਸਿਓ ਜੁੜੈ ਤਾਂ ਸਭ ਕੋ ਮੀਤ। ਕਰਮਖੰਡ ਕੀ ਬਾਣੀ ਜੋਰ, ਕਹਿੰਦੇ ਬਸ ਇਹਦੀ ਬਣਤਰ ਤਾਂ ਭਾਈ ਜੁੜ ਗਿਆ ਅਭਿਆਸੀ, ਇਹ ਤਾਂ ਜੁੜ ਗਿਆ ਮਾਲਕ ਦੇ ਨਾਲ, ਇੱਕਮਿਕ ਹੋ ਗਿਆ ਮਾਲਕ ਦੇ ਵਿੱਚ, ਗੂੰਜ ਸਾਗਰ ਦੇ ਵਿੱਚ ਆ ਗਈ। ਹੁਣ ਬੈਕ ਆਊਟ ਨਹੀਂ ਹੋਏਗੀ। ਕਰਮਖੰਡ ਕੀ ਬਾਣੀ ਜੋਰ, ਬਸ ਆ ਗਿਆ ਫੁੱਲ ਖਤਮ। ਕਰਮਖੰਡ ਕੀ ਬਾਣੀ ਜੋਰ, ਜਿੱਥੇ ਹੋਰ ਨਾ ਕੋਈ ਹੋਰ, ਕਹਿੰਦੇ ਉਸ ਜਗ੍ਹਾ ਦੇ ਉੱਤੇ ਕੋਈ ਜਿਹੜਾ ਹੈਗਾ ਮਿਹਨਤ ਕੀਤੇ ਬਗੈਰ ਕੋਈ ਹੋਰ ਜਿਹੜਾ ਹੈਗਾ, ਹੋਰ ਕੋਈ ਤਰੀਕੇ ਦੇ ਨਾਲ, ਹੋਰ ਕੋਈ ਮਿਹਨਤ ਤੋਂ ਇਲਾਵਾ, ਹੋਰ ਕੋਈ
ਸਰਮਖੰਡ ਦੇ ਵਿੱਚ ਬੈਠਣ ਤੋਂ ਇਲਾਵਾ ਨਹੀਂ ਪਹੁੰਚ ਸਕਦਾ। ਤਿੱਥੇ ਹੋਰ ਨਾ ਕੋਈ ਹੋਰ। ਉੱਥੇ ਜਿਹੜਾ ਹੈਗਾ ਡੁਐਲਿਟੀ ਖਤਮ, ਉਹਦੀ ਐਂਟਰੀ ਨਹੀਂ ਹੈਗੀ, ਮਾਇਆ ਦੀ ਐਂਟਰੀ ਨਹੀਂ ਹੈਗੀ ਇਹਦੇ ਕਰਮਖੰਡ ਦੇ ਵਿੱਚ। ਮਾਇਆ ਨਹੀਂ ਜਾ ਸਕਦੀ ਉੱਥੇ। ਮਾਇਆ ਦੀ ਜਿਹੜੀ ਹੈਗੀ ਇੱਥੇ ਤੱਕ ਹੈ ਗਈ ਮਾਇਆ, ਸਰਮਖੰਡ ਤੱਕ ਡੁਐਲਿਟੀ ਚੱਲੇਗੀ, ਮਾਇਆ ਸਰਮਖੰਡ ਤੱਕ ਹੈ। ਇਸ ਤੋਂ ਬਾਅਦ ਮਾਇਆ ਨੂੰ ਕੋਈ ਚਾਂਸ ਨਹੀਂ ਹੈ। ਮਾਇਆ ਉੱਥੇ ਐਂਟਰ ਹੀ ਨਹੀਂ ਕਰ ਸਕਦੀ। ਜੋ ਮਾਲਕ ਨੇ ਮਾਇਆ ਪਾਈ ਹੋਈ ਆ ਉਹ ਨਹੀਂ ਉਸ ਜਗ੍ਹਾ ਤੇ ਜਾ ਸਕਦੀ। ਕਰਮਖੰਡ ਕੀ ਬਾਣੀ ਜੋਰ, ਕਿਉਂਕਿ ਮਾਇਆ ਖਤਮ ਹੋ ਗਈ ਤੇ ਫਿਰ ਕੀ ਰਹਿ ਗਿਆ? ਮਾਇਆ ਖਤਮ ਹੋ ਗਈ ਤੇ ਫਿਰ ਅਭਿਆਸੀ ਔਰ ਪਰਮਾਤਮਾ ਦੇ ਵਿੱਚ ਕੀ ਡਿਫਰੈਂਸ ਹੈਗਾ? ਬੂੰਦ ਸਾਗਰ ਦੇ ਵਿੱਚ ਕੀ ਡਿਫਰੈਂਸ ਹੈਗਾ? ਨਦੀਆਂ ਜਿਹੜੀਆਂ, ਨਦੀਆਂ ਤੇ ਵਾਹ ਪਵੇਂ ਸਮੁੰਦ ਨਾ ਜਾਣੀ। ਨਦੀਆਂ ਜਿਹੜੀਆਂ ਸੀਗੀਆਂ, ਕਿਹੜੀ ਗੰਗਾ, ਕਿਹੜੀ ਸਰਸਵਤੀ, ਕਿਹੜੀ ਗੋਦਾਵਰੀ, ਕਿਹੜੀ ਨਦੀ ਜਿਹੜੀ ਹੈਗੀ ਸਮੁੰਦਰ ਦੇ ਵਿੱਚੋਂ ਦੱਸੋ ਭਾਈ ਕਿੱਧਰ ਨੂੰ ਵਗ ਰਹੀ? ਗੋਦਾਵਰੀ ਕਿੱਧਰ ਨੂੰ, ਗੰਗਾ ਕਿੱਧਰ ਨੂੰ, ਜਮਨਾ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲ ਸੂਰ, ਕਹਿੰਦੇ ਉੱਥੇ ਤਾਂ ਭਾਈ ਬੜੇ ਯੋਧੇ ਮਹਾਬਲੀ ਸੂਰਮੇ ਜਿਹੜੇ ਹੈਗੇ ਉਹ ਪਹੁੰਚਦੇ ਆ ਉਸ ਜਗ੍ਹਾ ਤੇ। ਬਹੁਤ ਇਹ ਵੀ ਆਪਾਂ ਨੇ ਜਿਹੜਾ ਹੈਗਾ ਨਾ ਇਹ ਵੀ ਆਪਾਂ ਨੇ ਲਿਆ ਸੀਗਾ। ਫਿਰ ਮੈਂ ਦੇਖਦਾ ਜੇ ਕਿਤੇ ਮੇਰੇ ਕੋਲ ਕਿਤੇ ਸਟੋਰ ਹੈਗਾ ਤੇ ਉਹ ਜੀ ਸੀਗਾ ਜਿਨ ਮਿਲ ਮਾਰੇ ਪੰਜ ਸੂਰਬੀਰ। ਇਹ ਸੀਗਾ ਆਪਣੇ ਆਸਾ ਰਾਗ ਦੇ ਵਿੱਚ 494 ਅੰਗ ਦੇ ਉੱਤੇ ਆਪਣੇ ਪੰਜਵੀਂ ਪਾਤਸ਼ਾਹੀ ਦਾ ਸ਼ਬਦ ਸੀਗਾ। ਚਾਰ ਬਰਨ ਚੌਹਾਂ ਕੇ ਮਰਦਨ ਖਟ ਦਰਸ਼ਨ ਕਰ ਤਲੀਰੇ, ਸੁੰਦਰ ਸੁਗਰ ਸਰੂਪ ਸਿਆਣੇ ਪੰਚੋ ਹੀ ਮੋਹ ਛਲੀਰੇ। ਕਹਿੰਦੇ ਅਸੀਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੰਨੇ ਤਕੜੇ, ਇਹਨਾਂ ਦਾ ਮੋਹ ਸਾਰਿਆਂ ਨੂੰ ਛਲਿਆ ਹੋਇਆ ਇਹਨਾਂ ਨੇ। ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ। ਜਿਹਨੇ ਇਹਨਾਂ ਨੂੰ ਮਾਰ ਕੇ, ਜਿਹਨੇ ਇਹਨਾਂ ਨੂੰ ਵਿਦਾਰ ਦਿੱਤਾ। ਜਿਨ ਪੰਚ ਮਾਰ ਵਿਧਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਰਹਾਓ ਆਇਆ ਜਿਸ ਸਾਰ ਦਾ ਇੰਨਾ ਹੀ ਲਵਾਂਗੇ ਅਸੀਂ। ਕਹਿੰਦੇ ਐਸਾ ਕੌਣ ਆ ਜਿਹਨੇ ਇਹ ਪੰਜਾਂ ਨੂੰ, ਐਸਾ ਸੂਰਬੀਰ, ਐਸਾ ਯੋਧਾ, ਐਸਾ ਬਲੀ ਕੌਣ ਆ ਜਿਹਨੇ ਇਹਨਾਂ ਨੂੰ ਮਹਾਬਲੀਆਂ ਨੂੰ ਮਾਰ ਦਿੱਤਾ, ਮਹਾਬਲੀਆਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਜਿੱਤ ਲਿਆ। ਜਿਨ ਪੰਚ ਮਾਰ ਵਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਉਹ ਪੂਰਾ ਆ, ਉਹ ਬੂੰਦ ਸਾਗਰ ਦੇ ਵਿੱਚ ਹੈਗੀ ਆ। ਇਹ ਹੁਣ ਵਾਪਸ ਇਹੀ ਗੱਲ ਉੱਥੇ ਹੋ ਰਹੀ ਆ। ਇੱਕ ਸੈਕਿੰਡ ਜੀ, ਇਹ ਸੀਗੀ ਤਿੱਥੇ ਹੋਰ ਕਰਮਖੰਡ ਕੀ ਬਾਣੀ ਜੋਰ ਅੰਗ 8। ਕਰਮਖੰਡ ਕੀ ਬਾਣੀ ਜੋਰ, ਇਹ ਅੰਗ ਦਾ ਮਤਲਬ ਆ ਜਿਹੜਾ ਹੈਗਾ ਅੰਗ ਦਾ ਮਤਲਬ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਜਿਸ ਤਰ੍ਹਾਂ 1430 ਅੰਗ ਹੈਗੇ, ਇਹ ਅੰਗ 8 ਹੈਗਾ ਅੰਗ। ਤੇ ਬਾਕੀ ਅੰਕ ਦਾ ਮਤਲਬ ਹੈਗਾ ਨੰਬਰ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ। ਤਿੱਥੇ ਜੋਧ ਮਹਾਬਲ ਸੂਰ, ਮਹਾਬਲੀ ਆ ਕਹਿੰਦੇ ਯੋਧੇ ਹੈਗੇ ਉਸ ਜਗ੍ਹਾ ਤੇ, ਉਹ ਸੂਰਮੇ ਹੈਗੇ ਆ। ਤਿੰਨ ਮੇ ਰਾਮ ਰਿਹਾ ਭਰਪੂਰ, ਉਹਨਾਂ ਦੇ ਵਿੱਚ ਰਾਮ ਹੀ ਰਾਮ ਆ, ਭਰਪੂਰ ਹੈਗਾ ਉਹ ਮਾਲਕ ਪਰਮਾਤਮਾ। ਮਾਲਕ ਪਰਮਾਤਮਾ ਦਾ ਹੀ ਰੂਪ ਹੈਗੇ ਉਹ। ਤਿੱਥੇ ਸੀਤਾ ਮਹਿਮਾ ਮਾਹੇ, ਕਹਿੰਦੇ ਉੱਥੇ ਤਾਂ ਇਹ ਰੂਹਾਂ ਜਿਹੜੀਆਂ ਹੈਗੀਆਂ ਉਸ ਮਾਲਕ ਪਰਮਾਤਮਾ ਦੀ ਮਹਿਮਾ ਦੇ ਦੁਆਰਾ, ਉਸ ਮਾਲਕ ਪਰਮਾਤਮਾ ਦੇ ਵਿੱਚ ਸੀਤੀਆਂ ਪਈਆਂ, ਪਰੋਥੀਆਂ ਪਈਆਂ। ਤਿੱਥੇ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਤਨੇ ਜਾਏ। ਕਹਿੰਦੇ ਉਹ ਤਾਂ ਉਹਨਾਂ ਦੇ ਰੂਪ, ਉਹਨਾਂ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ, ਮਾਲਕ ਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਭਾਈ। ਜਿਹੜੀ ਬੂੰਦ ਸਾਗਰ ਦੇ ਵਿੱਚ ਹੈ, ਸਾਗਰ ਦਾ ਹੀ ਬਿਆਨ ਕਰਨਾ ਹੈ, ਕਿਸ ਤਰੀਕੇ ਦੇ ਨਾਲ ਬਿਆਨ ਕਰ ਲਾਂਗੇ ਸਾਗਰ ਦਾ। ਨਾ ਮਰੇ ਨਾ ਠਾਕੇ ਜਾਏ। ਲਓ ਉੱਥੇ ਮਾਇਆ ਹੈ ਹੀ ਨਹੀਂ ਸਕਦੀ ਤੇ ਹੁਣ ਉਹਨਾਂ ਨੇ ਕਿੱਥੇ ਠੱਗਣਾ ਹੈ। ਉਹਨਾਂ ਨੇ ਮਾਇਆ ਨੇ ਮਾਰਨਾ ਹੈ, ਜੂਨਾਂ ਦੇ ਵਿੱਚ ਮਾਰਨਾ ਹੈ, ਕਾਲ ਨੇ ਮਾਰਨਾ ਹੈ। ਕਾਲ ਉੱਥੇ ਜਾ ਨਹੀਂ ਸਕਦਾ, ਮਾਇਆ ਜਾ ਨਹੀਂ ਸਕਦੀ ਭਾਈ। ਕਿਸ ਤਰੀਕੇ ਦੇ ਨਾਲ ਫਿਰ ਜਿਹੜਾ ਹੈਗਾ ਉਹ ਠੱਗੇ ਜਾਣਗੇ ਜਾਂ ਮਰਨਗੇ।
वो तो जन्म मरण तो ऊपर आ गए। नाउ मरै ना ਠਾਕੇ ਜਾਏ ਜਿਨਕੈ ਰਾਮ ਵਸੇ ਮਨ ਮਾਹੇ। ਕਹਿੰਦੇ ਉਹਨਾਂ ਦੇ ਮਨ ਦੇ ਵਿੱਚ, ਉਹਨਾਂ ਦੇ ਅੰਦਰ ਤਾਂ ਪ੍ਰਗਟ ਹੋ ਗਿਆ ਉਹ ਮਾਲਕ ਪਰਮਾਤਮਾ, ਵਸ ਗਿਆ ਉਹ ਮਾਲਕ ਪਰਮਾਤਮਾ, ਉਹਨਾਂ ਦੀ ਸੁਰਤ ਟਿਕ ਗਈ ਆਤਮਾ ਦੇ ਵਿੱਚ। ਤਿੱਥੈ ਭਗਤ ਵਸੈ ਕੇ ਲੋ। ਕਹਿੰਦੇ ਉੱਥੇ ਤਾਂ ਭਾਈ ਭਗਤ ਲੋਕ ਵਸਦੇ ਆ। ਪਤਾ ਨਹੀਂ ਕਿੰਨੇ ਕੁ ਲੋਕ ਹੈਗੇ, ਕਿੰਨੇ ਕੁ ਜਿਹੜੇ ਹੈਗੇ ਭਗਤ, ਕਿੰਨੇ ਕੁ ਹੈਗੇ, ਸਾਰੇ ਸਾਰੇ ਭਗਤ ਉਸ ਜਗ੍ਹਾ ਤੇ ਵਸਦੇ ਆ ਭਾਈ। ਤਿੱਥੈ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਕਰਦੇ ਕੀ ਆ? ਕਹਿੰਦੇ ਖੁਸ਼ੀਆਂ ਖੇੜੇ। ਉਹਨਾਂ ਦੇ ਮਨ 'ਚ ਸੱਚਾ ਪਰਮਾਤਮਾ, ਉਹਨਾਂ ਦੇ ਮਨ 'ਚ ਪਰਮਾਤਮਾ ਦਾ ਰੂਪ ਹੈਗੇ, ਪਰਮਾਤਮਾ ਦੇ ਨਾਲ ਹੈਗੇ, ਅੰਗ ਸੰਗ ਹੈਗੇ, ਮਾਲਕ ਪਿਓ ਪਿਤਾ ਦੀ ਗੋਦ ਦੇ ਵਿੱਚ ਹੈਗੇ ਆ ਉਹ। ਜਿੱਥੇ ਭਗਤ, ਭਗਤ ਦੇਖੋ ਤੱਤਾ ਜਿਹੜਾ ਮੁਕਤਾ ਹੈਗਾ, ਬਹੁਤ ਭਗਤ ਹੈ, ਜਿੰਨੇ ਵੀ ਹੈਗੇ ਉਹ ਸਾਰੇ ਦੇ ਸਾਰੇ ਉਸੇ ਜਗ੍ਹਾ ਤੇ ਹੈਗੇ। ਜਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਸੱਚ ਖੰਡੇ ਵਸੈ ਨਿਰੰਕਾਰ। ਹੁਣ ਇੱਥੇ ਦੇਖ ਲਓ ਭਾਈ, ਇਹ ਕਰਮਖੰਡ ਦੇ ਵਿੱਚ ਸੱਚਖੰਡ ਕਿਵੇਂ ਆ ਗਿਆ? ਔਰ ਖੰਡ ਦੇ ਸਾਰੇ ਦੇਖ ਲਓ, ਖੰਡ ਜਿਹੜੇ ਉੱਪਰ ਸਾਰੇ ਪਾਏ ਹੋਏ ਆ, ਇਹ ਕਰਮਖੰਡ ਕੀ ਲੱਗ ਗਿਆ? ਇਸ ਕਰਕੇ ਖੰਡ ਨੂੰ ਔਂਕੜ ਨਹੀਂ ਹੈ। ਇਸ ਕਰ ਬਾਕੀ ਸਾਰੇ ਜਿਹੜੇ ਹੈਗੇ ਧਰਮਖੰਡ, ਜਿਹੜਾ ਹੈਗਾ ਗਿਆਨ ਖੰਡ, ਕਰਮਖੰਡ, ਇਹ ਸਾਰੇ ਦੇ ਸਾਰੇ ਦੇਖ ਲਓ। ਇਹਨਾਂ ਦੇ ਬਾਰੇ ਜਿਹੜਾ ਹੈਗਾ ਇਹ ਮੈਂ ਡਿਸਪਲੇ ਕਰ ਦਿੰਦਾ ਹੈ। ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਗਿਆਨ ਖੰਡ ਦੀ ਗੱਲ ਹੋਈ। ਧਰਮਖੰਡ ਇਹਦੀ ਗੱਲ ਹੋਈ ਆ। ਇਹਨਾਂ ਦੇ ਵਿੱਚ ਦੇਖ ਲਓ ਕਿਸੇ ਦੇ ਵਿੱਚ ਵੀ ਜਿਹੜਾ ਹੈਗਾ ਸਿਹਾਰੀ ਨਹੀਂ ਲੱਗੀ ਹੋਈ। ਇੱਥੇ ਜਿਹੜੀ ਹੈਗੀ ਸਿਹਾਰੀ ਲੱਗੀ ਹੋਈ ਆ। ਇਹੀ ਭੇਤ ਹੈਗਾ ਏ। ਸੱਚ ਖੰਡੇ ਵਸੈ ਨਿਰੰਕਾਰ। ਉਹ ਮਾਲਕ ਪਰਮਾਤਮਾ ਦਾ ਜਿਹੜਾ ਹੈਗਾ ਉਹ ਸਾਰੇ, ਉਹ ਤਾਂ ਹਰ ਜਗ੍ਹਾ ਤੇ ਵਸ ਰਿਹਾ, ਉਹਦੇ ਵਿੱਚ ਤਾਂ ਖੇਡ ਹੋ ਰਹੀ ਆ। ਇਹ ਕਿਹੜਾ ਸੱਚਖੰਡ ਹੈਗਾ ਜਿੱਥੇ ਉਹ ਵਸ ਰਿਹਾ ਹੈ? ਹਾਂ ਭਾਈ, ਜਦ ਸੱਚਖੰਡ ਦੇ ਵਿੱਚ ਵਸਦਾ ਹੈ, ਸੱਚਖੰਡ ਹੈਗਾ ਹਿਰਦਾ, ਹਿਰਦੇ ਦੇ ਵਿੱਚ ਮਾਲਕ ਪਰਮਾਤਮਾ ਵਸਦਾ ਹੈ, ਭਗਤਾਂ ਦੇ ਹਿਰਦੇ ਦੇ ਵਿੱਚ। ਜਿਹਦੇ ਵੀ ਹਿਰਦੇ 'ਚ ਪਰਮਾਤਮਾ ਵਸ ਪ੍ਰਗਟ ਹੋ ਗਿਆ, ਬਸ ਹੋਇਆ ਨਿਰੰਕਾਰ, ਹੋਇਆ ਨਿਰੰਕਾਰ ਦਾ ਰੂਪ। ਘਰ ਘਰ ਵੇਖੈ ਨਜ਼ਰ ਨਿਹਾਲ। ਕਹਿੰਦੇ ਉਹਨੂੰ ਫਿਰ ਜਿਹੜਾ ਹੈਗਾ ਦੇਖਦਾ ਹੈ ਉਹ ਮਾਲਕ ਦੀ ਖੇਡ। ਘਰ ਘਰ ਵੇਖੈ ਨਜ਼ਰ ਨਿਹਾਲ, ਨਜ਼ਰੋਂ ਨਿਹਾਲ ਹੋ ਜਾਂਦਾ ਹੈ ਉਹ ਮਾਲਕ ਪਰਮਾਤਮਾ ਦੀ ਖੇਡ ਦੇਖ ਕੇ ਉਹ ਅਭਿਆਸੀ ਜਿਹੜਾ ਹੈਗਾ। ਤਿੱਥੈ ਖੰਡ ਮੰਡਲ ਵਰ ਪੰਡ। ਕੀ ਦੇਖਦਾ ਹੈ? ਕਹਿੰਦੇ ਉੱਥੇ ਤਾਂ ਗਲੈਕਸੀਆਂ, ਉੱਥੇ ਤਾਂ ਇਹ ਜਿਹੜੇ ਪਲੈਨਟਸ, ਉੱਥੇ ਤਾਂ ਜਿਹੜੇ ਹੈਗੇ ਇਹ ਸੋਲਾਰ ਸਿਸਟਮ ਜਿਹੜੇ ਹੈਗੇ, ਇਹ ਮੰਡਲ, ਇਹ ਵਰਪੰਡ ਬ੍ਰਹਿਮੰਡ, ਕਹਿੰਦੇ ਉਹ ਘੜੇ ਜਾ ਰਹੇ। ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥਾ ਤਾਂ ਅੰਤ ਅਨੰਤ। ਕਹਿੰਦੇ ਉਹਦਾ ਕੀ ਕਰ ਸਕਦੇ? ਉਹ ਤਾਂ ਅੰਤ ਹੀ ਨਹੀਂ ਹੈਗਾ। ਕਿਸ ਤਰ੍ਹਾਂ ਉਹਨੂੰ ਜਿਹੜਾ ਹੈਗਾ ਬਿਆਨ 'ਚ ਲਿਆਇਆ ਜਾ ਸਕਦਾ ਹੈ? ਤਿੱਥੈ ਲੋ ਆਕਾਰ। ਕਹਿੰਦੇ ਇੰਨੇ ਲੋਕ, ਇੰਨੇ ਲੋਕ, ਇੰਨੇ, ਕਹਿੰਦੇ ਇੰਨਾ ਆਕਾਰ, ਸਾਰੀ ਮਾਲਕ ਪਰਮਾਤਮਾ ਜਿਹੜਾ ਹੈਗਾ ਉਹ ਤਾਂ ਪਤਾ ਨਹੀਂ ਪਾਈ, ਉਹ ਤਾਂ ਅੱਖਰਾਂ ਤੋਂ ਬਾਹਰ ਵਾਲੀ ਗੱਲ ਹੈਗੀ ਆ। ਪ੍ਰੈਕਟੀਕਲ ਦੇਖਦੇ ਆ, ਪ੍ਰੈਕਟੀਕਲ ਦੇਖਦੇ ਆ ਦੁਨੀਆ ਹੈ ਕੀ ਆ, ਕਿਸ ਤਰ੍ਹਾਂ ਹੋ ਰਿਹਾ ਆ, ਕੀ ਹੋ ਰਿਹਾ ਆ। ਜਿਵ ਹੁਕਮ ਤਿਵੈ ਤਿਵਕਾਰ। ਜਿਸ ਤਰ੍ਹਾਂ ਮਾਲਕ ਦਾ ਹੁਕਮ ਹੁੰਦਾ ਹੈ, ਦੇਖਦੇ ਆ ਭਾਈ ਉਸੇ ਤਰੀਕੇ ਦੇ ਨਾਲ ਚੀਜ਼ਾਂ ਬਣੀ ਜਾ ਰਹੀਆਂ। ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਕਸੈ ਕਰੇ ਵਿਚਾਰ। ਦੇਖਦੇ ਆ ਭਾਈ ਉਹ ਮਾਲਕ ਪਰਮਾਤਮਾ ਵੇਖ ਰਿਹਾ ਆ, ਵਿਕਸ ਰਿਹਾ ਆ, ਔਰ ਸਾਰੀ ਦੀ ਸਾਰੀ ਜਿਹੜੀ ਹੈ, ਸਾਰਾ ਜੋ ਕੁਝ ਵੀ ਉਹ ਕਰ ਰਿਹਾ, ਸਾਰੀ ਦੀ ਵਿਚਾਰ ਉਸ ਮਾਲਕ ਦੇ ਅੰਦਰ ਹੈਗੀ। ਵੇਖੈ ਵਿਕਸੈ ਕਰ ਵਿਚਾਰ। ਨਾਨਕ ਕਥਨਾ ਕਰੜਾ ਸਾਰ। ਕਹਿੰਦੇ ਇਹਨੂੰ ਬਿਆਨ ਕਰਨਾ, ਕਹਿੰਦੇ ਨਾ ਬਈ ਨਾ, ਕਰੜਾ ਲੋਹਾ ਚੱਬਣ ਦੇ ਬਰੋਬਰ ਹੈਗਾ, ਇਹ ਨਹੀਂ ਹੋ ਸਕਦਾ। ਇਹ ਬਿਆਨ ਦੇ ਵਿੱਚ, ਅੱਖਰਾਂ ਦੇ ਵਿੱਚ ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਇਹ ਸੱਚ ਖੰਡੇ, ਇਹ ਜਿਹੜਾ ਹਿਰਦਾ ਹੈਗਾ ਅਭਿਆਸੀ ਦਾ, ਜਿੱਥੇ ਮਾਲਕ ਪਰਮਾਤਮਾ ਪ੍ਰਗਟ ਹੁੰਦਾ ਹੈ। ਇਹਦੇ ਜੀ ਇੱਕ ਸੈਕਿੰਡ ਵੀਰ ਜੀ, ਇਹ ਜਿਹੜਾ ਨਾ ਆਪਾਂ ਨੇ ਦੇਖੋ, ਇਹ ਰਵਿਦਾਸ ਜੀ ਨੇ ਦੱਸਿਆ ਸੀਗਾ, ਜਿਹੜਾ ਆਪਾਂ ਨੇ ਸ਼ਬਦ ਲਿਆ ਸੀ ਰਵਿਦਾਸ ਜੀ ਦਾ, ਜਿਹੜਾ ਹੁਣੇ ਲੈ ਕੇ ਹਟੇ 1167 ਅੰਗ ਦੇ ਵਿੱਚ, ਜਿਹਦੇ ਵਿੱਚ ਆਉਂਦਾ ਸੀਗਾ ਕਿ ਆਖਰੀ ਜਿਹਦੀ ਉਹਦੇ 2 ਲਾਈਨਾਂ ਹੈਗੀਆਂ,
ਕਹਿ ਰਵਿਦਾਸ ਪਰਮ ਬੈਰਾਗ ਹਿਰਦੈ ਰਾਮ ਕੀ ਨਾ ਜਪਸ ਅਪਾਗ। ਕਹਿੰਦੇ ਤੇਰੇ ਅੰਦਰ ਹਿਰਦੇ ਦੇ ਵਿੱਚ ਰਾਮ ਹੈਗਾ, ਜਪਦਾ ਕਿਉਂ ਨਹੀਂ ਆ ਇਹ ਅਭਾਗਿਆ। ਉਹੀ ਸੱਚਖੰਡ ਹੈ, ਉਹੀ ਸੱਚਖੰਡ ਹੈਗਾ, ਉੱਥੇ ਪ੍ਰਗਟ ਹੋ ਜਾਂਦਾ ਹੈ ਹਿਰਦੇ ਦੇ ਵਿੱਚ ਜਿਹੜਾ ਜਪਦਾ ਹੈ, ਜਿਹੜਾ ਪ੍ਰੈਕਟੀਕਲ ਕਰਦਾ ਹੈ। ਹਾਂਜੀ ਹਾਂਜੀ ਗਿੱਲ ਸਾਹਿਬ ਤੁਸੀਂ ਕੁਛ ਜੀ ਤੁਸੀਂ ਹਾਂਜੀ ਆਪਣੇ ਵੈਸੇ ਪ੍ਰਚਲਿਤ ਹੈਗਾ ਹਾਂਜੀ ਧਰਮ ਖੰਡ, ਗਿਆਨ ਖੰਡ, ਸਰਮ ਖੰਡ ਤੇ ਕਰਮ ਖੰਡ ਤੇ ਸੱਚਖੰਡ। ਹਾਂ ਜਿਹੜਾ ਜੀ ਸੱਚਖੰਡ ਇਹਦੇ ਜਿਵੇਂ ਤੁਸੀਂ ਦੱਸਿਆ ਵੀ ਗੱਡੇ ਨੂੰ ਸਿਹਾਰੀ ਲੱਗੀ ਹੋਈ ਆ। ਹਾਂ ਹਾਂ ਇਹ ਹਿਰਦਾ ਇਹ ਕੋਈ ਹਿੱਸਾ ਨਹੀਂ ਹੈਗਾ, ਇਹ ਸਾਰਿਆਂ ਦੇ ਵਿੱਚ ਹੀ ਆ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਇਹ ਕੋਈ ਸੈਪਰੇਟ ਖੰਡ ਨਹੀਂ ਹੈਗਾ। ਬੇਸਿਕਲੀ ਆਪਾਂ ਕਹਿ ਸਕਦੇ ਹਾਂ ਚਾਰ ਹੀ ਖੰਡ ਨੇ। ਹਾਂ ਇਹ ਜਿਹੜਾ ਬੇਸਿਕਲੀ ਹਿਰਦਾ ਜਿੱਥੇ ਪ੍ਰਗਟ ਹੋ ਜਾਂਦਾ ਹੈ। ਹਾਂ ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ ਜੀ। ਤੇ ਹੁਣ ਜਿਹੜਾ ਹੈਗਾ ਸਮਾਂ ਤਾਂ ਹੋ ਗਿਆ ਜੀ ਜ਼ਿਆਦਾ, ਤੇ ਯਾਤਰਾ ਹੈਗੀ ਚਲੋ ਇੱਕ ਦਿਨ ਕੱਲ ਨੂੰ ਹੋਰ ਜਪ ਬਾਣੀ ਤੇ ਜੇ ਮਹਾਰਾਜ ਲਗਾਉਣਗੇ ਤੇ ਲਗਾ ਦਾਂਗੇ। ਤੇ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ। ਆਪੋ ਆਪਣੀ ਜਿਸ ਤਰ੍ਹਾਂ ਦੋ ਬੱਚੇ ਆ ਜੀ, ਉਹ ਪੜ੍ਹਦੇ ਆ ਜੀ। ਹੁਣ ਇੱਕ ਤਾਂ ਬੰਦਾ ਟੌਪ ਕਰ ਜਾਂਦਾ ਜੀ, ਤੋ ਇੱਕ ਬੱਚੇ ਮਤਲਬ ਫੇਲ ਹੋ ਜਾਂਦਾ ਜੀ। ਦੋਨੇ ਮਤਲਬ ਸਕੇ ਭਰਾ ਹੈਗੇ, ਇੱਕੋ ਹੀ ਕੀਤਾ ਸਾਰਾ ਕੁਛ। ਮਤਲਬ ਉਹਦੀ ਮੱਤ ਹੀ ਜ਼ਿਆਦਾ ਜੀ, ਜਿਹੜਾ ਬੰਦਾ ਟੌਪ ਕਰਦਾ। ਬੁੱਧੀ ਜ਼ਿਆਦਾ ਹੈ, ਬੁੱਧੀ ਜ਼ਿਆਦਾ, ਬੁੱਧੀ ਕਹਿ ਸਕਦੇ ਹਾਂ। ਮੱਤ ਜਿਹੜੀ ਬੁੱਧੀ ਜ਼ਿਆਦਾ ਹੈ, ਬੁੱਧੀ ਦੇ ਨਾਲ। ਮੱਤ ਫਿਰ ਕਿਹੜੀ ਹੋਈ ਵੀਰ ਜੀ? ਮੱਤ ਜਿਹੜੀ ਹੋ ਗਈ ਤੁਹਾਡਾ ਓਪੀਨੀਅਨ ਹੋ ਗਿਆ ਨਾ, ਜੋ ਤੁਸੀਂ ਗਿਆਨ ਲੈ ਲਿਆ ਉਹ ਤੁਹਾਡੀ ਮੱਤ ਬਣ ਗਈ ਹੈ। ਜੋ ਤੁਹਾਡੇ ਅੰਦਰ ਆ ਗਏ, ਜੋ ਤੁਹਾਡੇ ਕੋਲ ਡਾਟਾ ਕਲੈਕਟ ਹੋ ਗਿਆ, ਤੁਹਾਡੀ ਮੱਤ ਬਣ ਗਈ ਸਾਰੀ ਸਾਰੀ। ਮੱਤ ਤਾਂ ਮੇਰੇ ਹਿਸਾਬ ਨਾਲ ਤਾਂ ਜੀ ਇਹ ਮਤਲਬ ਗॉड ਗਿਫਟ ਹੀ ਹੈ ਜੀ ਤੁਹਾਡੀ। ਕਿੰਨੀ ਇਹ ਚਾਰੋਂ ਚੀਜ਼ਾਂ ਗॉड ਗਿਫਟਡ ਹੈ, ਚਾਰੋਂ ਚੀਜ਼ਾਂ ਹੀ ਸੁਰਤ ਮਤ ਮਨ ਬੁੱਧ, ਇਹ ਚਾਰੋਂ ਦੀ ਚਾਰੋਂ ਜਿਹੜੀਆਂ ਹੈਗੀਆਂ ਪਰਮਾਤਮਾ ਵੱਲੋਂ ਜਿਹੜੀਆਂ ਹੈਗੀਆਂ। ਇਹ ਜਿਸ ਤਰ੍ਹਾਂ ਆਪਣੀ ਜਿਹੜੀ ਹੈਗੀ ਆਪਾਂ ਦੁਨੀਆ ਦੇ ਵਿੱਚ ਵਿਚਰਦੇ ਹਾਂ, ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਇਹ ਚੀਜ਼ਾਂ ਜਿਹੜੀਆਂ ਆਪਣੀਆਂ ਇਹਨਾਂ ਦੇ ਉੱਤੇ ਜਿਹੜੀ ਹੈਗੀ ਆ ਇਹ ਬਦਲਦੀਆਂ ਰਹਿੰਦੀਆਂ ਮੈਨ ਟੂ ਮੈਨ ਸਾਰੀਆਂ। ਇਹ ਚਾਰੋਂ ਤੁਹਾਡਾ ਵੀਰ ਜੀ ਨਾ ਇਹ ਸ਼ੋਰ ਬਹੁਤ ਆਈ ਜਾ ਰਿਹਾ, ਤੁਸੀਂ ਹੱਥ ਨਾਲ ਪਤਾ ਨਹੀਂ ਕੀ ਕਰੀ ਜਾ ਰਹੇ ਹੋ। ਕਿਸੇ ਹੋਰ ਦਾ ਹੁੰਦਾ ਜੀ? ਨਹੀਂ ਤੁਹਾਡਾ ਮੈਂ ਦੇਖ ਰਿਹਾ ਨਾ, ਮੇਰੇ ਕੋਲ ਡਿਸਪਲੇ ਹੋ ਰਿਹਾ ਤੁਹਾਡੇ ਹੱਥ। ਹਾਂ ਹੁਣ ਆਪਾਂ ਕਿਸੇ ਦਾ ਨਹੀਂ ਕਹਿ ਸਕਦੇ, ਹੁਣ ਤਾਂ ਆਪਣਾ ਹੀ ਆ। ਕਿਉਂਕਿ ਮੂਵਮੈਂਟ ਹੁੰਦੀ ਆ ਤਾਂ ਪਤਾ ਲੱਗਦਾ। ਐਕਚੁਅਲੀ ਬੜਾ ਉਹ ਦੂਸਰਾ ਹੈਗਾ ਸੈਂਸਿਟਿਵ ਬਹੁਤ ਜ਼ਿਆਦਾ ਜੀ। ਹਾਂ ਨਹੀਂ ਤੁਸੀਂ ਉਹ ਅੱਛਾ ਉਹ ਈਅਰਫੋਨ ਲਗਾਏ ਹੋਏ ਆ? ਈਅਰਫੋਨ ਲਗਾਇਆ ਜੀ। ਨਹੀਂ ਫਿਰ ਵੀ ਪਤਾ ਨਹੀਂ ਤੁਹਾਡੇ ਜਿਹੜੇ ਹੈਗੇ ਇੱਕ ਦੂਸਰਾ ਥੋੜਾ ਜਿਹਾ ਮਤਲਬ ਹਿਲਾਓ ਨਾ ਜੀ। ਹਾਂ ਉਹੀ ਤਾਂ ਗੱਲ ਆ ਨਾ। ਉਹ ਹਾਂ ਮਤ ਫਿਰ ਲੀਹਾਂ ਜਾਂ ਮਨਮਤ, ਜਿੱਦਾਂ ਕਹਿੰਦੇ ਜੀ ਮਨਮਤ ਗੁਰਮਤ ਹਨਾ ਜੀ, ਉਹ ਮਤਲਬ ਤੁਹਾਡੀ ਓਪੀਨੀਅਨ ਹੀ ਹੋ ਗਈ। ਹਾਂ ਉਹ ਸਾਰੀ ਤੁਹਾਡੀ ਟੋਟਲ ਉਹੀ ਜਿਹੜਾ ਹੈਗਾ ਤੇ ਉਹ ਤੁਸੀਂ ਜਿਹੜਾ ਹੈਗਾ ਇਕੱਠੀ ਕਰ ਲਈ ਹੈ ਜੋ ਕੁਝ ਵੀ ਤੁਹਾਡਾ ਜਿਹੜਾ ਹੈਗਾ ਤੇ ਉਹ ਕੀਤੀ ਹੈ ਤੁਸੀਂ ਜਿਹੜੀ ਹੈਗੀ ਜਿੰਨੀ ਤੁਹਾਡੀ ਬੁੱਧੀ ਹੈਗੀ, ਬੁੱਧੀ ਦੇ ਹਿਸਾਬ ਦੇ ਨਾਲ ਕਰਨੀ ਹੈ ਆਪਾਂ ਨੇ। ਗਿਆਨ ਤਾਂ ਜਿਹੜਾ ਗੁਰੂ ਦਾ ਗਿਆਨ ਹਾਂਜੀ ਬਿਲਕੁਲ ਉਹੀ ਹੈ। ਠੀਕ ਹੈ ਜੀ। ਮਤਲਬ ਭਾਜੀ ਕਹਿਣ ਦਾ ਮਤਲਬ ਜਿੱਦਾਂ ਤੁਸੀਂ ਬੈਂਟ ਆਫ ਮਾਈਂਡ ਗਿਆ, ਮਤ ਜਿਹੜੀ ਹੈ ਇੱਕ ਦੇ ਪਿੱਛੇ ਲੱਗਣ ਵਾਲੀ। ਇੱਕ ਤੀਸਰੀ ਹੋਰ ਹੈਗੀ, ਉਹ ਹੈਗੀ ਦੁਰਮਤ। ਹਾਂਜੀ ਦੁਰਮਤ ਕੀ ਕਹੋਗੇ ਭਾਜੀ ਫਿਰ? ਦੁਰਮਤ ਮਤਲਬ ਭੈੜੀ ਮਤ। ਮਨਮਤ ਮਤਲਬ ਨਾਰਮਲ ਮਤ। ਗੁਰਮਤ ਮਤਲਬ ਜਿਹੜੀ ਹੈਗੀ ਗੁਰੂ ਦੀ ਮਤ, ਸੱਚ ਦੀ ਮਤ। ਹਾਂ ਜਿਹੜੀ ਬੁੱਧੀ ਹੈ ਭਾਜੀ, ਜਿੱਦਾਂ ਹੁਣ ਭਾਜੀ ਬੁੱਧੀ ਜਿਹੜੀ ਆ ਵਿਚਾਰ ਜਿਹਦੇ ਨਾਲ ਤੁਸੀਂ ਮਤ ਬਣਾਉਣੀ ਆ, ਉਹ ਬੁੱਧੀ ਆ ਤੁਹਾਡੀ। ਜਿਹਦੇ ਨਾਲ ਮਤ ਬਣਾਉਣੀ ਆ ਤੁਸੀਂ, ਉਹ ਬੁੱਧੀ ਆ। ਹਾਂ ਔਰ ਵਿਵੇਕ ਬੁੱਧ ਭਾਜੀ ਉਹ ਹੋਵੇ ਕਿ ਜਿਹੜੀ ਤੁਹਾਡਾ